शिप दा कैप्टन और शिप नूं पार लाउणा मेरा फर्ज है अज और मैं अपने फर्ज तो भज्जूंगा नहीं। मैं इस लड़ाई नूं लड़ के तुहानूं किनारे लेके जाऊंगा। मैनूं विश्वास आ मैं शिप दा कैप्टन और शिप नूं पार लाउणा मेरा फर्ज है अज और मैं अपने फर्ज तो भज्जूंगा नहीं। मैं इस लड़ाई नूं लड़ के तुहानूं किनारे लेके जाऊंगा। मैनूं विश्वास आ मैं शिप दा कैप्टन और शिप नूं पार लाउणा मेरा फर्ज है अज और मैं अपने फर्ज तो भज्जूंगा नहीं। मैं इस लड़ाई नूं लड़ के तुहानूं किनारे लेके जाऊंगा। मैनूं विश्वास आ ਸਤਿ ਸ਼੍ਰੀ ਅਕਾਲ। ਮੈਂ ਸਵਰਨਵੀਰ ਸਿੰਘ ਆਪ ਸਾਰੇ ਜੀ ਦਾ ਇੱਕ ਵਾਰੀ ਫੇਰ 5K ਬ੍ਰੌਡਕਾਸਟਿੰਗ ਦੇ ਵਿੱਚ ਵੈਲਕਮ ਕਰਦਾ ਹਾਂ। ਅੱਜ ਜਿਸ ਮੁੱਦੇ ਤੇ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਮੁੱਦਾ ਹੈ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦਾ, ਯਾਨੀ ਕਿ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੋਂ ਚੱਲ ਰਹੇ ਸਕੂਲਾਂ ਦਾ ਤੇ ਨਾਲ ਦੇ ਨਾਲ ਇਲੈਕਸ਼ਨ ਦਾ। ਅਸੀਂ ਦੋਹਾਂ ਮੁੱਦਿਆਂ ਨੂੰ ਇਸ ਕਰਕੇ ਜੋੜ ਰਹੇ ਹਾਂ ਕਿਉਂਕਿ ਦੋਹੇ ਮੁੱਦਿਆਂ ਨੂੰ ਜੋੜਿਆ ਜਾ ਰਿਹਾ ਵੇ। ਇਲੈਕਸ਼ਨ ਵੇਲੇ ਇਸ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਮੁੱਦੇ ਨੂੰ ਛਾਲ ਦਿੱਤਾ ਜਾਂਦਾ ਵੇ ਤੇ ਜਿਸ ਤਰ੍ਹਾਂ ਹੀ ਕੋਈ ਇਲੈਕਸ਼ਨ ਦਾ ਮੁੱਦਾ ਜਿਸਲੇ ਖਤਮ ਹੁੰਦਾ ਵੇ ਤਾਂ ਫਿਰ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਮੁੱਦੇ ਨੂੰ ਵਾਪਸ ਬਿਠਾ ਦਿੱਤਾ ਜਾਂਦਾ ਹੈ। ਪਰ ਇਸ ਦੇ ਵਿੱਚ ਜਿੱਦਾਂ ਨੁਕਸਾਨ ਹੋ ਰਿਹਾ ਵੇ ਉਹ ਉੱਥੋਂ ਦੇ ਸਟਾਫ ਦਾ ਹੋ ਰਿਹਾ ਵੇ। ਸਟਾਫ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ, ਕਈ ਸਟਾਫ ਦੀ ਮੌਤ ਹੋ ਚੁੱਕੀ ਹੈ, ਅਸੀਂ ਸਾਰੇ ਜਾਣਦੇ ਹਾਂ। ਜਿਹੜੇ ਸਟਾਫ ਰਿਟਾਇਰ ਹੋ ਚੁੱਕੇ ਨੇ ਉਹਨਾਂ ਦੀ ਪੈਨਸ਼ਨਸ ਤੱਕ ਨਹੀਂ ਮਿਲ ਰਹੀਆਂ, ਉਹਨਾਂ ਨੂੰ ਪ੍ਰੋਵੀਡੈਂਟ ਫੰਡ ਤੱਕ ਨਹੀਂ ਮਿਲ ਰਹੇ। ਤੇ ਅੱਜ ਇਸ ਸਾਰੇ ਮਸਲੇ ਨੂੰ ਲੈ ਕੇ ਅੱਜ ਟੀਚਰਾਂ ਨੇ, ਸਟਾਫ ਨੇ ਰਕਾਬਗੰਜ ਗੁਰਦੁਆਰੇ ਵਿਖੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਿੱਚ ਪ੍ਰੋਟੈਸਟ ਕੀਤਾ ਸੀਗਾ। ਉੱਥੇ ਮੈਮੋਰੰਡਮ ਦੇਣ ਗਏ ਸੀਗੇ। ਪਰ ਇੱਕ ਹੋਰ ਉੱਥੇ ਹੈਰਾਨਜਨਕ ਗੱਲ ਦੇਖਣ ਨੂੰ ਮਿਲੀ ਕਿ ਪ੍ਰਧਾਨ ਸਾਹਿਬ ਜਾਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਤੋਂ ਕੋਈ ਵੀ ਜਿਹੜਾ ਨੁਮਾਇੰਦਾ ਵੇ ਉਹ ਟੀਚਰਾਂ ਨੂੰ ਮਿਲਣ ਨਹੀਂ ਗਿਆ। ਸੋ ਇਸ ਸਾਰੇ ਮੁੱਦੇ ਤੇ ਅਸੀਂ ਗੱਲ ਕਰਾਂਗੇ। ਸਾਡੇ ਨਾਲ ਮੌਜੂਦ ਨੇ ਜਸਵੰਤ ਕੌਰ ਜੀ ਜਿਹੜੇ ਕਿ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਚੱਲ ਰਹੇ ਸਕੂਲਾਂ ਦੇ ਸਟਾਫ ਦੇ ਵਿੱਚੋਂ ਨੇ। ਸਾਡੇ ਨਾਲ ਵੀਰ ਸੁਪ੍ਰੀਤ ਸਿੰਘ ਨੇ ਜੋ ਐਕਟਿਵਿਸਟ ਨੇ, ਸਿੱਖ ਐਕਟਿਵਿਸਟ ਨੇ, ਤੇ ਨਾਲ ਸਾਡੇ ਨਾਲ ਨੇ ਜਸਮੀਤ ਸਿੰਘ ਪੀਤਮਪੁਰਾ ਜੀ ਜੋ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੋਂ ਮੈਂਬਰ ਨੇ ਔਰ ਵੱਧ ਚੜ ਕੇ ਸੇਵਾ ਕਰਦੇ ਨੇ ਔਰ ਆਪਣੇ ਵਿਚਾਰ ਇਹਨਾਂ ਸਾਰੀ ਗੱਲਾਂ ਦੇ ਉੱਤੇ ਬੇਬਾਕ ਰੱਖਦੇ ਨੇ। ਸ਼ੁਰੂਆਤ ਤੋਂ ਅਸੀਂ ਕਰਾਂਗੇ ਸਭ ਤੋਂ ਪਹਿਲਾਂ ਜਸਵੰਤ ਕੌਰ ਜੀ ਨਾਲ। ਜਸਵੰਤ ਕੌਰ ਜੀ, ਤੁਸੀਂ ਸਟਾਫ ਮੈਂਬਰ ਹੋ, ਟੀਚਰ ਹੋ, ਸਕੂਲਾਂ 'ਚ ਪੜ੍ਹਾ ਰਹੇ ਹੋ, ਵਨ ਆਫ ਦੀ ਮੋਸਟ ਸੀਨੀਅਰ ਟੀਚਰ ਹੋ। ਇਸ ਸਾਰੇ ਅੱਜ ਦੇ ਮਸਲੇ ਨੂੰ ਕਿਸ ਤਰ੍ਹਾਂ ਤੁਸੀਂ ਵੇਖਦੇ ਹੋ? ਕਿਉਂ ਤੁਹਾਨੂੰ ਮਿਲਣ ਕੋਈ ਪ੍ਰਧਾਨ ਸਾਹਿਬ ਨਹੀਂ ਆਏ, ਕੋਈ ਹੋਰ ਨੁਮਾਇੰਦਾ ਨਹੀਂ ਆਇਆ ਤੇ ਤੁਹਾਨੂੰ ਇੱਕ ਵਾਰੀ ਫੇਰ ਖਾਲੀ ਹੱਥ ਮੋੜਤਾ ਗਿਆ? ਸਰ, ਮੈਨੂੰ ਨਹੀਂ ਪਤਾ ਪ੍ਰਧਾਨ ਸਾਹਿਬ ਦੇ ਕੀ ਰੁਝੇਵੇਂ ਸੀਗੇ, ਲੇਕਿਨ ਜੋ ਮੈਨੂੰ ਪਤਾ ਲੱਗਿਆ ਕਿ ਪ੍ਰਧਾਨ ਸਾਹਿਬ ਦਿੱਲੀ ਵਿੱਚ ਹੀ ਸੀਗੇ ਔਰ ਫਿਰ ਵੀ ਨਹੀਂ ਆਏ ਨੇ। ਔਰ ਇਹ ਤਾਂ ਪ੍ਰਧਾਨ ਸਾਹਿਬ ਬੈਟਰ ਦੱਸ ਸਕਦੇ ਨੇ ਕਿ ਉਹ ਦਿੱਲੀ ਸੀਗੇ, ਬਾਹਰ ਸੀਗੇ। ਪਰ ਹਾਂ, ਸਾਨੂੰ ਖਾਲੀ ਹੱਥ ਆਉਣਾ ਪਿਆ ਇਨ ਸਪਾਈਟ ਆਫ ਕਿ ਅਸੀਂ 10 ਤਰੀਕ ਨੂੰ ਮੇਲ ਪਾਈ ਸੀ ਕਿ ਅਸੀਂ ਤੁਹਾਨੂੰ ਮਿਲਣ ਆ ਰਹੇ ਹਾਂ, ਅਸੀਂ ਤੁਹਾਨੂੰ ਮੈਮੋਰੈਂਡਮ ਦੇਣ ਆ ਰਹੇ ਹਾਂ। ਇਹ ਕੋਈ ਸਾਡਾ ਪ੍ਰੋਟੈਸਟ ਨਹੀਂ ਸੀਗਾ, ਇਹ ਸਿਰਫ ਸਾਡਾ ਅਸੀਂ ਦੱਸਣਾ ਚਾਹ ਰਹੇ ਸੀਗੇ ਕਿ ਹਰ ਥਾਂ ਤੇ ਜਿੱਥੇ ਪ੍ਰਧਾਨ ਸਾਹਿਬ ਬੋਲ ਰਹੇ ਨੇ ਕਿ ਸਟਾਫ ਸੈਟਿਸਫਾਈਡ ਹੈ ਜੋ ਵੀ ਉਹ ਦੇ ਰਹੇ ਨੇ, ਜੋ ਵੀ ਉਹ ਕਲੇਮ ਕਰ ਰਹੇ ਨੇ 60%, ਬਟ ਦੈਟ ਇਜ਼ ਨਾਟ 60%, ਦੈਟ ਇਜ਼ 49%। ਉਹਦੇ ਨਾਲ ਸਟਾਫ ਸੈਟਿਸਫਾਈਡ ਨਹੀਂ ਹੈ। ਉੱਥੇ ਅਸੀਂ 8 ਸਕੂਲ ਇਹੀ ਦੱਸਣ ਵਾਸਤੇ ਗਏ ਸੀ ਕਿ ਅਸੀਂ ਇਸ ਦੇ ਨਾਲ ਸੈਟਿਸਫਾਈਡ ਨਹੀਂ ਹੈਗੇ, ਸਾਡੀ 100% ਸੈਲਰੀ ਦਿੱਤੀ ਜਾਏ ਔਰ ਇਮੀਡੀਏਟ ਇਫੈਕਟ ਜਿਹੜੀ ਜਨਵਰੀ ਦੀ ਸੈਲਰੀ, ਫੈਬਰਵਰੀ ਦੀ ਸੈਲਰੀ ਆਈ ਹੈ, ਸਾਨੂੰ ਹਰ ਸਕੂਲ ਦੇ ਵਿੱਚ 49% ਸੈਲਰੀ ਰਿਸੀਵ ਹੋ ਚੁੱਕੀ ਹੈ। ਬਾਕੀ ਦਾ 51% ਵਿਦਿਨ ਇਮੀਡੀਏਟ ਇਫੈਕਟ ਸਾਡਾ ਰਿਲੀਜ਼ ਕੀਤਾ ਜਾਏ ਇਸੇ ਮਹੀਨੇ ਤੋਂ। ਰਾਈਟ। ਤੇ ਤੁਹਾਨੂੰ ਹਾਲੇ ਤੱਕ ਸਿਰਫ 49% ਸੈਲਰੀ ਮਿਲ ਰਹੀ ਹੈ। ਸੁਪ੍ਰੀਤ ਸਿੰਘ ਜੀ, ਤੁਸੀਂ ਇਸ ਮੁੱਦੇ ਨੂੰ ਵੇਖਣ ਲਈ, ਸਮਝਣ ਲਈ ਤੁਸੀਂ ਗਏ ਸੀਗੇ ਉੱਥੇ, ਸਵੇਰ ਤੋਂ ਤੁਸੀਂ ਉੱਥੇ ਸੀਗੇ, ਤਾਂ ਇਸ ਸਾਰੇ ਮੁੱਦੇ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ? ਕਿ ਇਸ ਦੇ ਵਿੱਚ ਵੀ ਕੋਈ ਮਿਸਮੈਨੇਜਮੈਂਟ ਸੀ ਜਾਂ ਜਾਣਬੁੱਝ ਕੇ ਇਸ ਨੂੰ ਅਣਗਹਿਲੀ ਕੀਤਾ ਗਿਆ? ਦੇਖੋ ਸਰ, ਪਹਿਲੇ ਤੇ ਇਸ ਤਰ੍ਹਾਂ ਹੈ ਕਿ ਮੈਂ ਬਾਲਾ ਸਾਹਿਬ ਹਸਪੀਟਲ ਨੂੰ ਲੈ ਕੇ ਕਾਫੀ ਐਕਟਿਵਿਜ਼ਮ ਕਰਦਾ ਹਾਂ ਤੇ ਇਹਦੇ ਨਾਲ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਕਾਫੀ ਸਾਰੇ ਟੀਚਰਸ ਮੇਰੇ ਕੰਟੈਕਟਸ ਅੰਦਰ ਆਈਆਂ। ਉਹਨਾਂ ਨੇ ਮੈਨੂੰ ਰਿਕੁਐਸਟ ਕੀਤਾ ਕਿ ਵੀਰ ਜੀ ਤੁਸੀਂ ਸਾਡੇ ਕਾਜ਼ ਲਈ ਵੀ ਥੋੜਾ ਜਿਹਾ ਆਵਾਜ਼ ਚੁੱਕੋ, ਤੇ ਅੱਜ ਉਹਨਾਂ ਦੇ ਰਿਕੁਐਸਟ ਦੇ ਉੱਤੇ ਮੈਂ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਗਿਆ ਸੀ ਜੀ। ਮੈਂ ਉੱਥੇ 3-4 ਘੰਟੇ ਰੁਕਿਆ ਰਿਹਾ ਹਾਂ। ਜਦ ਟੀਚਰ ਸਾਰੇ ਲੋਕ ਚਲੇ ਗਏ ਸੀ ਤਾਂ ਵੀ 1 ਘੰਟੇ ਬਾਅਦ ਤੱਕ ਵੀ ਮੈਂ ਰੁਕਿਆ ਰਿਹਾ ਸੀ। ਮੇਰਾ ਸਰ ਪੂਰਾ ਆਬਜ਼ਰਵੇਸ਼ਨ ਹੈ ਸੀ ਕਿ ਅੱਜ ਦਾ ਜਿਹੜਾ ਟੀਚਰਸ ਦਾ ਜਿਹੜਾ ਇਵੈਂਟ ਸੀ ਉਹ ਕਾਫੀ ਹੱਦ ਤੱਕ ਹਾਈਜੈਕ ਕਰ ਲਿਆ ਗਿਆ ਹੈ। ਟੀਚਰਸ ਤੋਂ ਇਲਾਵਾ ਉੱਥੇ ਬਹੁਤ ਸਾਰੇ ਐਸੇ ਐਲੀਮੈਂਟਸ ਹੈਗੇ ਸੀ ਜਿਹੜਾ ਕਿ ਇਹਨਾਂ ਦੇ ਪੂਰੇ ਇਵੈਂਟਸ ਨੂੰ ਹਾਈਜੈਕ ਕਰ ਰਹੀ ਸੀ ਤੇ ਇਹਨਾਂ ਦੇ ਕੰਧੇ ਦੇ ਉੱਤੇ, ਮੈਂ ਕਹਾਂ ਮੋਢੇ ਦੇ ਉੱਤੇ ਬੰਦੂਕ ਰੱਖ ਕੇ ਆਪਣੀ ਰਾਜਨੀਤਿਕ ਇੱਕ ਸ਼ਾਟ ਫਾਇਰ ਸ਼ਾਟ ਕਰਨ ਦੀ ਤਿਆਰੀ ਅੰਦਰ ਹੈਗੇ ਸੀ ਤੇ ਕਾਫੀ ਲੋਕ ਇਸ ਹੱਦ ਤੱਕ ਕਾਮਯਾਬ ਵੀ ਹੋਏ। ਹੁਣ ਸਿਚੁਏਸ਼ਨ ਕੀ ਹੈ ਕਿ ਅਗਲੇ 40 ਦਿਨਾਂ ਦੇ ਅੰਦਰ ਜਾਂ ਸ਼ਾਇਦ 25 ਅਪ੍ਰੈਲ ਨੂੰ ਦਿੱਲੀ ਗੁਰਦੁਆਰਾ ਕਮੇਟੀ ਦੇ ਇਲੈਕਸ਼ਨ ਦੀ ਡੇਟ ਆ ਗਈ ਹੈ। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਇੱਕ ਮੁੱਦਾ ਚਾਹੀਦਾ ਹੈ ਲੋਕਾਂ ਦੀ ਭਾਵਨਾਵਾਂ ਨੂੰ ਭੜਕਾਉਣ ਦੇ ਲਈ,
ਤੇ ਟੀਚਰਸ ਦੀ ਜਿਹੜੀ ਸੈਲਰੀ ਹੈਗੀ ਹੈ ਉਹ ਬਹੁਤ ਹੀ ਹੌਟ ਮੁੱਦਾ ਹੈ। ਉਹਦੇ ਨਾਲ ਟੀਚਰਸ ਹੀ ਨਹੀਂ, ਟੀਚਰਸ ਦੀ ਪੂਰੀ ਫੈਮਿਲੀਜ਼ ਹੈਗੀਆਂ ਨੇ। ਮੇਰੇ ਹਿਸਾਬ ਨਾਲ ਸ਼ਾਇਦ 800 900 ਜਾਂ 1000 ਦੇ ਕਰੀਬ ਸਟਾਫ ਹੋਏਗਾ ਜਿਹਦੀ ਸੈਲਰੀ ਇੰਪੈਕਟ ਹੋ ਰਹੀ ਹੈ। ਤੇ ਉਹਦੇ ਹਿਸਾਬ ਦੇ ਨਾਲ 700 800 ਟੀਚਰ ਜਾਂ ਸਟਾਫ ਨਹੀਂ ਹੈਗਾ, 700 800 ਪਰਿਵਾਰ ਨੇ, ਗੁਰਸਿੱਖ ਪਰਿਵਾਰ ਨੇ ਜਾਂ ਗੁਰੂ ਨਾਨਕ ਨਾਮ ਲੈਵਾ ਪਰਿਵਾਰ ਹੈਗੇ ਨੇ ਜਿਹੜੇ ਕਿ ਇਹਦੇ ਇਸ ਸਿਚੁਏਸ਼ਨ ਦੇ ਨਾਲ ਇੰਪੈਕਟ ਹੁੰਦੇ ਨੇ। ਤੇ ਅੱਜ ਬਹੁਤ ਸਾਰੇ ਐਸੇ ਐਲੀਮੈਂਟ ਸੀ ਜਿਹੜੇ ਕਿ ਟੀਚਰਸ ਨੂੰ ਕਾਫੀ ਗੁੰਮਰਾਹ ਵੀ ਕਰ ਰਹੇ ਸੀ ਤੇ ਉਹਨਾਂ ਦਾ ਹਾਈਜੈਕ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਮੇਰੀ ਇੱਥੇ ਟੀਚਰਸ ਨੂੰ ਅਪੀਲ ਹੈਗੀ ਹੈ ਕਿ ਤੁਸੀਂ ਇਵੈਂਟ ਕਰਨਾ ਹੈ, ਤੁਸੀਂ ਕਰੋ, ਦਿੱਲੀ ਦੀ ਸੰਗਤ ਤੁਹਾਡੇ ਨਾਲ ਹੈ, ਜਿੰਨੇ ਵੀ ਸਿੱਖ ਐਕਟਿਵਿਸਟ ਹੈਗੇ ਨੇ ਉਹ ਵੀ ਤੁਹਾਡੇ ਨਾਲ ਹੈਗੇ ਹੈ। ਪਰ ਤੁਸੀਂ ਜੋ ਵੀ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਤੁਹਾਡੀ ਡਾਇਰੈਕਟ ਇੰਟਰਫੇਸਿੰਗ ਮੈਨੇਜਮੈਂਟ ਦੇ ਨਾਲ ਹੋਣੀ ਚਾਹੀਦੀ ਹੈ। ਪਹਿਲੀ ਗੱਲ, ਤੁਸੀਂ ਸਾਰੇ ਦੇ ਸਾਰੇ ਆਪਣੇ ਮੁੱਦੇ ਨੂੰ, ਜਿੰਨੇ ਵੀ ਤੁਹਾਡੇ ਪੁਆਇੰਟਸ ਹੈਗੇ ਨੇ, ਤੁਸੀਂ ਆਪਣੇ ਕੰਟਰੋਲ ਅੰਦਰ ਰਹੋ। ਤੁਹਾਡੀ ਡਾਇਰੈਕਟ ਇੰਟਰੈਕਸ਼ਨਸ ਮੈਨੇਜਮੈਂਟ ਦੇ ਨਾਲ ਹੋਏਗੀ ਤਾਂ ਹੀ ਉਹਦਾ ਜਿਹੜਾ ਥਾਟ ਪ੍ਰੋਸੈਸ ਤੁਹਾਨੂੰ ਕਲੀਅਰ ਰਹੇਗਾ ਤੇ ਸੰਗਤ ਨੂੰ ਵੀ ਕਲੀਅਰ ਮੈਸੇਜ ਜਾਏਗਾ। ਅੱਜ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਤੁਹਾਡੇ ਉਸ ਇਵੈਂਟ ਨੂੰ ਇੱਕ ਬ੍ਰੌਡਕਾਸਟ ਕਰਤਾ ਗਿਆ ਹੈ। ਠੀਕ ਹੈ ਜੀ, ਉਹਦੇ ਨਾਲ ਕੀ ਹੋ ਰਿਹਾ ਹੈਗਾ ਕਿ ਕਿਸੇ ਸੰਗਤ ਨੂੰ, ਮੇਰੇ ਵਰਗੇ ਨਿਊਟਰਲ ਬੰਦੇ ਨੂੰ ਜਾਂ ਇੱਕ ਸਿੱਖ ਸੰਗਤ ਨੂੰ ਸਮਝ ਨਹੀਂ ਆ ਰਿਹਾ ਕਿ ਟੀਚਰਸ ਉੱਤੇ ਕੀ ਕਰਨ ਗਈਆਂ ਸੀ, ਉਹਨਾਂ ਦਾ ਆਬਜੈਕਟਿਵ ਕੀ ਸੀ। ਠੀਕ ਹੈ, ਤੁਹਾਨੂੰ ਸੈਲਰੀ ਚਾਹੀਦੀਆਂ ਹੋਣਗੀਆਂ, ਤੁਹਾਨੂੰ ਸੈਲਰੀ ਦਾ ਇਸ਼ੂ ਹੈ, ਪਰ ਬੇਸਿਕਲੀ ਇੱਕ ਕਲੈਰਿਟੀ ਆਣੀ ਚਾਹੀਦੀ ਹੈ ਕਿ ਤੁਹਾਡੀ ਅਪਰੋਚ ਦੇ ਅੰਦਰ ਕਿ ਤੁਸੀਂ, ਤੁਹਾਡਾ ਪਰਪਸ ਕੀ ਸੀ। ਠੀਕ ਹੈ ਜੀ, ਤੇ ਇਹ ਮੈਂ ਕਹਿਣਾ ਚਾਹੁੰਦਾ ਕਿ ਉਸ ਅੰਦਰ ਕਲੈਰਿਟੀ ਨਹੀਂ ਸੀ ਤੇ ਕਾਫੀ ਹੱਦ ਤੱਕ ਉਹ ਮੁੱਦਾ ਹਾਈਜੈਕ ਹੋ ਗਿਆ ਸੀ। ਜੀ ਜਸਮੀਤ ਸਿੰਘ ਜੀ, ਤੁਸੀਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੋਂ ਤੁਸੀਂ ਮੈਂਬਰ ਹੋ, ਇਸ ਮੁੱਦੇ ਨੂੰ ਤੁਸੀਂ ਦੇਖ ਰਹੇ ਹੋ, ਤੁਸੀਂ ਆਪ ਵੀ ਮੇਰੇ ਖਿਆਲ ਨਾਲ ਸਵੇਰੇ ਉੱਥੇ ਗਏ ਸੀਗੇ। ਇਹ ਸਾਰੇ ਮੁੱਦੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਕਿੱਥੇ ਦੇਖਦੇ ਹੋ ਕਿ ਇਹ ਜਿਹੜੀਆਂ ਮੈਨੇਜਮੈਂਟ ਨੇ ਇਹ ਫੇਲ ਹੋ ਰਹੀਆਂ ਨੇ, ਬਾਰ-ਬਾਰ ਫੇਲ ਹੋ ਰਹੀਆਂ ਨੇ? ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਟਾਫ ਦੀ ਜਿਹੜੀ ਸੈਲਰੀ ਅਗਰ ਅਸੀਂ ਲਈਏ ਸਕੂਲਾਂ ਦੀ ਜਾਂ ਬਾਕੀ ਸਟਾਫ ਦੀ ਵੀ, ਤੇ ਇਸ ਵੇਲੇ ਅਰਾਊਂਡ 70-80 ਕਰੋੜ ਦੇ ਕਰੀਬ ਜਿਹੜੀ ਸੈਲਰੀ ਹੈ ਉਹ ਡਿਊ ਹੋ ਚੁੱਕੀ ਹੈ। ਇਹ ਕਿੱਥੋਂ ਫੇਲੀਅਰ ਹੈ? ਤੇ ਜੇਕਰ ਤੁਸੀਂ, ਤੁਹਾਡੀ ਪਾਰਟੀ ਅਗਰ ਇਸ ਸੇਵਾ ਦੇ ਵਿੱਚ ਆਉਂਦੀ ਹੈ ਇਸ ਵਾਰ, ਤੇ ਉਹ ਇਸ ਨੂੰ ਕਿਸ ਤਰ੍ਹਾਂ ਦੇਖੇਗੀ, ਕਿਸ ਤਰ੍ਹਾਂ ਇਸ ਨੂੰ ਓਵਰਕਮ ਕਰੇਗੀ? ਇਹ ਸਾਰਾ ਮਸਲਾ ਇੱਕ ਬਹੁਤ ਵੱਡਾ ਮਸਲਾ ਬਣ ਕੇ ਰਹਿ ਗਿਆ। ਜੀ ਜਸਮੀਤ ਸਿੰਘ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ ਜਸਮੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਮੈਂ ਉੱਥੇ ਅਵੇਲੇਬਲ ਨਹੀਂ ਸੀਗਾ, ਲਾਈਵ ਜ਼ਰੂਰ ਸੀਗਾ, ਮੈਂ ਦਿਖਾਣਾ ਚਾਹ ਰਿਹਾ ਸੀਗਾ ਐਜ਼ ਸੰਗਤ ਨੂੰ ਵੀ ਅੱਜ ਜਿਹੜਾ ਇੱਕ ਕਹਾਵਤ ਹੈਗੀ ਨਾ, ਦੂਰ ਦੇ ਢੋਲ ਬੜੇ ਸਿਆਣੇ ਲੱਗਦੇ ਆ, ਉਹ ਸੰਗਤ ਨੇ ਦੇਖ ਲਿਆ ਵੀ ਦੂਰੋਂ ਇਹਨਾਂ ਦੇ ਕੀ ਹਾਲਾਤ ਹੈ ਤੇ ਨੇੜੇ ਜਾਓਗੇ ਤੇ ਇਹਨਾਂ ਦੇ ਸੰਗਤ ਨੂੰ ਮੈਂ ਇੱਕ ਵਾਰ ਦਿਖਾਣਾ ਚਾਹ ਰਿਹਾ ਸੀਗਾ। ਮੇਰਾ ਮਕਸਦ ਇਹ ਸੀਗਾ ਕਿ ਸੰਗਤ ਦੇਖੇ ਜਿਹੜਾ ਰੋਜ਼ ਸੋਸ਼ਲ ਮੀਡੀਆ ਤੇ ਜਾਂ ਚੈਨਲਾਂ ਤੇ ਬੈਠ ਕੇ ਬੜੇ ਵੱਡੇ ਧਮਕੇ ਮਾਰਦਾ ਕਿ ਮੈਂ ਕਰਤਾ, ਮੈਂ ਉਹ ਕਰਤਾ, ਆਪਣੀ ਪਿੱਠ ਆਪ ਹੀ ਤਵੜਦਾ ਰਹਿੰਦਾ, ਉਹਦੀ ਅਸਲੀਅਤ ਪਿੱਠ ਪਿੱਛੇ ਕੀ ਆ ਸੰਗਤ ਨੂੰ ਮੈਂ ਦਿਖਾਣਾ ਚਾਹ ਰਿਹਾ ਸੀਗਾ। ਅੱਜ ਮੈਨੂੰ ਯਾਦ ਆਉਂਦਾ, ਇਹਨੂੰ ਥੋੜੇ ਦਿਨ ਪਹਿਲੇ ਕੋਈ ਕਹਿੰਦਾ ਸੀਗਾ ਵੀ ਇਹ ਸ਼ੇਰ ਪ੍ਰਧਾਨ ਹੈ। ਅੱਜ ਮੈਂ ਕਹਿੰਦਾ ਪ੍ਰਧਾਨ ਦੀ ਖਾਲੀ ਕੁਰਸੀ ਦੇਖ ਕੇ ਮੈਨੂੰ ਸਮਝ ਆ ਗਈ ਹੈ ਕਿ ਇਹ ਗੀਦੜ ਪ੍ਰਧਾਨ ਹੈ। ਠੀਕ ਹੈ ਜੀ, ਉਸ ਤੋਂ ਬਾਅਦ ਜਨਰਲ ਸਕੱਤਰ ਤੇ ਗੱਲ ਹੀ ਛੱਡ ਦੋ, ਜਨਰਲ ਸਕੱਤਰ ਤੇ ਹਾਈ ਡਮੀ, ਉਹਦੀ ਤਾਂ ਬਸ ਦੀ ਕੁਝ ਹੈ ਨਹੀਂ, ਉਹਨੂੰ ਸਿਰਫ ਸਪੀਚ ਦੇਣ ਵਾਸਤੇ ਰੱਖਿਆ ਹੈ ਵੀ ਖੜਾ ਹੋ ਜਾ ਕੇ ਮਾਈਕ ਤੇ ਬੋਲਣਾ ਸ਼ੁਰੂ ਕਰ ਦੇ, ਝੂਠ ਵਾਸਤੇ ਬੋਲ ਰੱਖਿਆ, ਝੂਠ ਬੋਲੀ ਜਾ। ਉਹਦੇ ਬਾਰੇ ਆਪਾਂ ਗੱਲ ਕਰੀਏ ਤੇ ਸਾਨੂੰ ਸਮਝਣਾ ਸਮੇਂ ਹੀ ਬੇਕਾਰ ਹੈ ਉਹਦੇ ਵਾਸਤੇ ਗੱਲ ਕਰਨ ਵਾਸਤੇ। ਅੱਜ ਮੈਂ ਕਹਿੰਦਾ ਪ੍ਰਧਾਨ ਅਵੇਲੇਬਲ ਨਹੀਂ ਸੀਗਾ, ਸਾਰਾ ਦਿਨ ਉੱਥੇ ਦਿੱਲੀ ਕਮੇਟੀ ਦੇ ਦਫ਼ਤਰ ਵਿੱਚ ਸਾਰੇ ਦਿਨ ਵਿਹਲੇ ਮੈਂਬਰ ਬੈਠੇ ਰਹਿੰਦੇ ਆ। ਅੱਜ ਕਿੱਥੇ ਸੀਗੇ? ਅੱਜ ਕਿਉਂ ਨਹੀਂ ਬੋਲੇ ਕਿ ਸਟਾਫ ਸਾਡਾ ਪਰਿਵਾਰ ਨਹੀਂ, ਪਰਿਵਾਰ ਤੋਂ ਬਾਅਦ ਸਾਡਾ ਸਟਾਫ ਗੁਰੂ ਹੈ, ਅਸੀਂ ਇਹਨਾਂ ਕੋਲੋਂ ਸਿੱਖਣਾ ਹੈ। ਅੱਜ ਕਿਉਂ ਨਹੀਂ ਆਏ? ਵੈਸੇ ਤੁਸੀਂ ਸਿਰਸਾ ਸਾਹਿਬ ਦੀ ਗੱਡੀ ਦੇ ਪਿੱਛੇ ਬੈਠ ਕੇ ਬੜੇ ਧਮਕੀਆਂ ਮਾਰਦੇ ਹੋ, ਬੜੇ ਜ਼ੋਰ ਨਾਲ ਦਿਖਾਰੇ ਛੱਡਦੇ ਹੋ, ਸਾਰਾ ਸਿਰਸਾ ਜਿੰਦਾਬਾਦ। ਅੱਜ ਕੀ ਸਿਰਸਾ? ਅੱਜ ਬੋਲੋ ਸਿਰਸਾ ਮੁਰਦਾਬਾਦ। ਕਿਉਂ ਪ੍ਰਧਾਨ ਤੋੜਿਆ? ਮੈਂ ਦਿੱਲੀ ਤੋਂ ਬਾਹਰ ਸੀਗਾ, ਅੱਜ ਦਿੱਲੀ ਤੋਂ ਬਾਹਰ ਨੂੰ ਪਤਾ ਨਹੀਂ ਸਟਾਫ ਨੇ ਆਉਣਾ, ਇਹ ਸਟਾਫ ਆਪਣਾ ਹੈ। ਅਗਰ ਕਿਸੇ ਦੇ ਮਾਂ ਪਿਓ ਨੇ ਬਾਹਰੋਂ ਆਉਣਾ ਕਿ ਉਹ ਘਰੋਂ ਚਲਾ ਜਾਂਦਾ ਹੈ, ਔਰ ਇਹਨੂੰ ਇੱਥੇ ਬਹਿਣਾ ਚਾਹੀਦਾ ਹੈਗਾ। ਅਗਰ ਮੈਂ ਤਾਂ ਕਹਿੰਦਾ ਹਾਲਾਤ ਇਹ ਸੀਗੇ ਕਿ ਸਟਾਫ ਨੂੰ ਪਾਣੀ ਪੁੱਛਣ ਵਾਸਤੇ ਵੀ ਬਿਠਾਇਆ ਨਹੀਂ ਗਿਆ ਕਿ ਤੁਸੀਂ ਪਹਿਲੇ ਆਰਾਮ ਨਾਲ ਪਾਣੀ ਜੋ ਗੱਲ ਕਰਦੇ ਆ, ਮੈਂਬਰ ਆ ਰਿਹਾ ਜਾਂ ਜਨਰਲ ਸਕੱਤਰ ਆ ਰਿਹਾ ਜਾਂ ਕੋਈ ਮੀਤ ਪ੍ਰਧਾਨ ਆ ਰਿਹਾ ਜਾਂ ਜੁਆਇੰਟ ਸਕੱਤਰ ਆ ਰਿਹਾ, ਕਿੱਥੇ ਸੀਗੇ ਸਾਰੇ? ਇਹ ਕਿਸ ਨੂੰ ਕਹਿੰਦੇ ਆ? ਮੈਨੇਜਮੈਂਟ ਸੀਗੀ। ਮੈਂ ਤਾਂ ਕਹਿੰਦਾ ਵੇਲੇ ਦਾ ਟੱਬਰ ਬੈਠਾ ਹੋਇਆ ਸੀ ਦਿੱਲੀ ਕਮੇਟੀ, ਅਗਰ ਬੈਠਾ ਹੋਇਆ ਜੇ ਦਿੱਲੀ ਕਮੇਟੀ ਦੇ ਅੰਦਰ, ਕਿ ਇੱਕ ਦੇ ਵਿੱਚ ਵੀ ਦਮ ਨਹੀਂ ਸੀਗਾ ਕਿ ਉਹ ਟੀਚਰਾਂ ਦਾ ਸਾਹਮਣਾ ਕਰ ਚੁੱਕੇ। ਇੱਕ ਵੀ ਮੈਂਬਰ ਨਹੀਂ ਸੀਗਾ ਜਿਹੜੇ ਜਿਹਨਾਂ ਦੀ ਗੈਰਤ ਜਾਗੀ ਸੀ, ਉਹਦੇ ਛੱਡ ਕੇ ਚਲੇ ਗਏ ਇਹਨਾਂ ਨੂੰ ਪਹਿਲੇ ਹੀ। ਜਿਹੜਾ ਅੱਜ ਸਿਰਸਾ ਸਾਹਿਬ ਦੇ ਪਿੱਛੇ ਖੜੇ ਹੋ ਕੇ ਵੱਡੇ ਵੱਡੇ ਧਮਕੇ ਮਾਰਦੇ ਆ, ਸੀ ਕਰਦਾ, ਅੱਜ ਕਿੱਥੇ ਸੀਗੇ? ਜਵਾਬ ਦੇਣ ਕੌਮ ਨੂੰ ਕਿ ਆ ਸਟਾਫ ਉੱਥੇ ਆਇਆ ਤੇ ਅਜੇ ਮੈਂਬਰ ਕਿੱਥੇ ਸੀਗੇ? ਤੁਹਾਡੀ ਜਵਾਬਦੇਹੀ ਹੈ। ਅਗਰ ਤੁਸੀਂ ਕਹਿੰਦੇ ਸੰਗਤ ਜਿਤਾ ਕੇ ਭੇਜਿਆ ਤਾਂ ਤੁਹਾਨੂੰ ਅੱਜ ਸਾਨੂੰ ਸੰਗਤ ਜਿਤਾ ਕੇ ਨਹੀਂ ਭੇਜਿਆ ਸੀਗਾ। ਅਗਰ ਸਟਾਫ ਇੰਨੀ ਦੂਰੋਂ ਆਇਆ, ਕੋਈ ਕਿੱਥੋਂ ਆਇਆ, ਕੋਈ ਸਾਊਥ ਤੋਂ ਆਇਆ, ਕੋਈ ਜਮਨਾ ਪਾਰ ਤੋਂ ਆਇਆ, ਕੋਈ ਨਾਰਥ ਤੋਂ ਆਇਆ, ਕੋਈ ਵੈਸਟ ਤੋਂ ਆਇਆ, ਆਂਦੇ ਨਾਲ ਗੱਲ ਕਰਦੇ, ਸਟਾਫ ਨਾਲ ਪਾਣੀ ਪੁੱਛਦੇ, ਆਰਾਮ ਨਾਲ ਬੈਠਦੇ, ਸਟਾਫ ਨਾਲ ਗੱਲ ਕਰਦੇ, ਕਿਉਂਕਿ ਪਰੇਸ਼ਾਨੀਆਂ ਤੁਹਾਡੇ ਵਜ੍ਹਾ ਨਾਲ ਖੜੀਆਂ ਹੋਈਆਂ। ਸਟਾਫ ਆਪਣੇ ਮਤਲਬ ਆਪਣੇ ਉਹਦੇ ਜਾਣ ਬੁੱਝ ਕੇ ਨਹੀਂ ਆਇਆ। ਇਹ ਜਿਹੜੀ ਪਰੇਸ਼ਾਨੀਆਂ ਸਟਾਫ ਨੂੰ ਆ ਰਹੀ ਹੈ, ਸਟਾਫ ਦੇ ਪਰਿਵਾਰ ਨੂੰ ਆ ਰਹੀ ਹੈ, ਉਹ ਤੁਹਾਡੇ ਕਰਕੇ ਆ ਰਹੀ ਹੈ। ਤੁਹਾਡਾ ਉੱਥੇ
ਕੰਮ ਬਣਦਾ ਹੈ ਕਿ ਉੱਥੇ ਬੈਠ ਕੇ ਤੁਸੀਂ ਹੱਲ ਕਰਦੇ, ਪਰ ਨਹੀਂ, ਹੱਲ ਕਿੱਥੋਂ ਕਰਨਾ ਸੀਗਾ? ਹੱਲ ਤਾਂ ਹੁੰਦਾ ਹੀ ਨੀਤਾਂ ਸਾਫ਼ ਹੁੰਦੀਆਂ ਤਾਂ ਹੱਲ ਹੁੰਦਾ। ਇਹਨਾਂ ਦੇ ਜਿਹੜੇ ਹਾਲਾਤ ਨੇ ਉਹ ਲੀਲੋ ਲੀਰ ਹੋ ਚੁੱਕੇ ਨੇ। ਜਿਹੜੀ ਗੋਲਕਾਂ ਨੇ ਉਹਦੇ ਥੱਲੇ, ਗੋਲਕਾਂ ਦੇ ਥੱਲੇ ਇਹਦੇ 6 ਜਣੇ ਵੱਡੇ ਹੋ ਚੁੱਕੇ, ਗੋਲਕਾਂ ਖਾਲੀ ਹੋ ਗਈਆਂ ਕਿ ਇਹਨੇ ਸਿੱਧਾ ਜਿਹੜਾ ਹਾਲਾਤ ਨੇ ਉਹ ਬਿਲਕੁਲ ਹੀ ਇਹਨਾਂ ਨੇ ਤਸ ਤੋਂ ਮਸ ਕਰਕੇ ਰੱਖ ਦਿੱਤੇ ਹੈ। ਇਹ ਸੇਵਾ ਕਹਿੰਦੇ ਸੀ, ਇਹ ਸੇਵਾ ਨਹੀਂ ਹੈ। ਸੇਵਾ ਦੇ ਨਾਮ ਤੇ ਇਹਨਾਂ ਨੇ ਜੋ ਦਿੱਲੀ ਕਮੇਟੀ ਦਾ ਬੁਰਾ ਹਾਲ ਕੀਤਾ। ਅੱਜ ਸਾਨੂੰ ਸੰਗਤ ਦੇ ਸਾਹਮਣੇ ਬੋਲਦੇ ਵੀ ਬੜੀ ਸ਼ਰਮ ਆਉਂਦੀ ਹੈ। ਅੱਜ ਸਾਡੇ ਕੋਲ ਮੁੱਦੇ ਬਥੇਰੇ ਹੈ, ਪਰ ਸਾਰੇ ਕਈ ਮੁੱਦੇ ਤੇ ਚੁੱਪ ਹੋ ਜਾਂਦੇ। ਜੋ ਹਾਲਾਤ ਇਹਨਾਂ ਦਿੱਲੀ ਕਮੇਟੀ ਦੇ ਅੱਜ ਬਣਾਏ ਹੋਏ ਹੈ, ਅੱਜ ਸਾਨੂੰ ਦੇਖ ਕੇ ਸ਼ਰਮ ਆਉਂਦੀ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹੜੀ ਸਿੱਖ ਜਥੇਬੰਦੀ ਸ਼੍ਰੋਮਣੀ ਕਮੇਟੀ ਦਾ ਜਿਹੜਾ ਨੰਬਰ ਆਉਂਦਾ ਸੀਗਾ, ਅੱਜ ਉਹ ਹਾਲਾਤ ਕਿੱਥੇ ਹੈ ਕਿ ਇੰਨੇ ਬੁਰੇ ਹਾਲ ਹੈ। ਇੱਕ ਸਿੰਘ ਸਭਾ ਵੀ ਅੱਜ ਦਿੱਲੀ ਕਮੇਟੀ ਦੇ ਉੱਪਰ ਖੜੀ ਹੈ। ਰਾਈਟ, ਸੁਪ੍ਰੀਤ ਸਿੰਘ ਜੀ, ਇਹ ਸਾਰੇ ਹਾਲਾਤ ਕਿਉਂ ਬਣੇ? ਕਿਉਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਅੰਡਰ ਜਿਹੜੇ ਚੱਲ ਰਹੇ ਨੇ ਸਕੂਲ ਨੇ, ਜਿਹੜੇ ਇੱਕ ਵੇਲੇ ਟੌਪ ਤੇ ਸਨ, ਮਤਲਬ ਉੱਥੇ ਦਾਖਲਾ ਲੈਣ ਨੂੰ ਵੀ ਲੋਕ ਤਰਸਦੇ ਸਨ, ਭਾਵੇਂ ਉਹ ਸਿੱਖ ਹੋਵੇ, ਹਿੰਦੂ ਹੋਵੇ, ਮੁਸਲਿਮ ਹੋਵੇ, ਉਹਦੇ ਇੱਕ ਸੁਪਨਾ ਹੁੰਦਾ ਸੀਗਾ ਕਿ ਸਾਡਾ ਬੱਚਾ ਉੱਥੇ ਪੜ੍ਹ ਜਾਵੇ। ਅੱਜ ਜਿਹੜੇ ਬੱਚੇ ਉੱਥੇ ਪੜ੍ਹ ਰਹੇ ਨੇ, ਮਾਪਿਓ ਸੋਚਦੇ ਨੇ ਕਿ ਇੱਥੋਂ ਕਢਾ ਕੇ ਆਪਾਂ ਕਿਤੇ ਹੋਰ ਪਾ ਲਈਏ। ਤਨਖਾਹਾਂ ਦਿੱਤੀਆਂ ਨਹੀਂ ਜਾ ਰਹੀਆਂ, ਸਕੂਲ ਦਾ ਸਟੈਂਡਰਡ ਡਿੱਗਦਾ ਜਾ ਰਿਹਾ ਵੇ, ਪੜ੍ਹਾਈ ਦਾ ਸਟੈਂਡਰਡ ਡਿੱਗਦਾ ਜਾ ਰਿਹਾ ਵੇ। ਬਾਕੀ ਐਜੂਕੇਸ਼ਨਲ ਸੈਂਟਰ ਨੇ, ਉਹਨਾਂ ਦਾ ਵੀ ਐਜੂਕੇਸ਼ਨ ਦਾ ਜਿਹੜਾ ਪੱਧਰ ਹੈ ਜਾਂ ਇਨਫਰਾਸਟ੍ਰਕਚਰ ਦਾ ਜਿਹੜਾ ਪੱਧਰ ਹੈ ਉਹ ਡਿੱਗਦਾ ਜਾ ਰਿਹਾ ਵੇ। ਐਜ਼ ਅ ਸਿੱਖ, ਐਜ਼ ਅ ਐਕਟਿਵਿਸਟ, ਤੁਸੀਂ ਕੀ ਦੇਖਦੇ ਹੋ ਕਿ ਕਿਹੜੀ ਗਲਤੀ ਹੋਈ ਹੈ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੋਂ? ਪਿਛਲੇ 8-10 ਸਾਲ ਤੇ ਬਿਲਕੁਲ ਹੀ ਥੱਲੇ ਗਿਰ ਗਿਆ ਵੇ। ਕਿਹੜਾ ਕਮੀ ਰਹਿ ਗਈ ਹੈ ਕਿ ਸਿੱਖਾਂ ਦਾ ਇੱਕ ਇੰਸਟੀਚਿਊਟ ਹੋਵੇ, ਲੰਗਰ ਲਗਾਉਣ ਨੂੰ ਅਸੀਂ ਸ਼ੇਰ ਹੈਗੇ ਹਾਂ, ਫੋਟੋਆਂ ਦਿਖਾਉਣ ਨੂੰ ਅਸੀਂ ਸ਼ੇਰ ਹੈਗੇ ਹਾਂ, ਮੀਡੀਆ ਤੇ ਜਾਣ ਨੂੰ ਅਸੀਂ ਸ਼ੇਰ ਹੈਗੇ ਹਾਂ, ਪਰ ਜਦੋਂ ਕੰਮ ਕਰਨ ਦੀ ਵਾਰੀ ਆਉਂਦੀ ਹੈ ਤੇ ਉਸ ਵੇਲੇ ਅਸੀਂ ਬਿਲਕੁਲ ਹੀ ਜ਼ੀਰੋ ਹੋ ਜਾਂਦੇ ਹਾਂ। ਸਰ ਦੇਖੋ, ਇਸ ਅੰਦਰ ਮਲਟੀਪਲ ਫੈਕਟਰਸ ਹੈਗੇ ਨੇ, ਤੇ ਇਹ ਸਿਰਫ ਇਸ ਤਰ੍ਹਾਂ ਨਹੀਂ ਹੈ ਕਿ ਸਿਰਫ ਇਹ ਜਿਹੜੀ ਪ੍ਰੈਜ਼ੈਂਟ ਕਮੇਟੀ ਹੈਗੀ ਪਿਛਲੇ 7 ਜਾਂ 8 ਸਾਲਾਂ ਤੋਂ ਇਹ ਨਿਗਾਰ ਆ ਰਿਹਾ ਹੈ। ਇਹ ਨਿਗਾਰ ਇਸ ਤੋਂ ਪਹਿਲੇ ਜਿਹੜੇ ਸਰਨਾ ਸਾਹਿਬ ਹੈਗੇ ਸੀ ਉਸ ਵੇਲੇ ਵੀ ਸੀ। ਇਹ ਨਿਗਾਰ ਉਸ ਤੋਂ ਪਹਿਲੇ ਜਿਹੜੇ ਅਵਤਾਰ ਸਿੰਘ ਹਿੱਤ ਦੀ ਕਮੇਟੀ ਹੈਗੀ ਸੀ ਉਸ ਵੇਲੇ ਵੀ ਹੈਗਾ ਸੀ। ਬੜੇ ਲੰਬੇ ਟਾਈਮ ਤੋਂ ਇਹ ਦੇਖਿਆ ਜਾ ਰਿਹਾ ਹੈ ਕਿ ਜਿਹੜੀ ਵੀ ਕਮੇਟੀ ਆਉਂਦੀ ਹੈ, ਜਿਹੜੇ ਵੀ ਪ੍ਰਧਾਨ ਸਕੱਤਰ ਤੇ ਉਹਨਾਂ ਦੇ ਮੈਂਬਰਸ ਆਉਂਦੇ ਹੈਗੇ ਆ, ਬੇਸਿਕਲੀ ਉਹ ਆਪਣੇ ਮੈਂਬਰਸ ਨੂੰ, ਜਿਹੜੇ ਅਨਪੜ੍ਹ ਗਵਾਰ ਮੈਂਬਰਸ ਹੈਗੇ, ਅਨਪੜ੍ਹ ਗਵਾਰ ਮੈਂਬਰਾਂ ਦੀ ਲੌਬੀ ਹੈਗੀ ਹੈ, ਉਹ ਇਹਨਾਂ ਸਕੂਲ ਕਾਲਜਸ ਦੇ ਚੇਅਰਮੈਨ, ਮੈਨੇਜਰਸ, ਵਾਈਸ ਚੇਅਰਮੈਨ, ਵਾਈਸ ਮੈਨੇਜਰ ਥਾਪਤੇ ਜਾਂਦੇ ਹੈਗੇ ਆ। ਉਹਨਾਂ ਦੀ ਇੰਟਰਫੇਰੈਂਸ ਸਕੂਲ ਦੀ ਗਵਰਨੈਂਸ ਦੇ ਅੰਦਰ, ਸਕੂਲ ਦੇ ਜਿਹੜਾ ਇਨਫਰਾਸਟ੍ਰਕਚਰ ਹੈਗਾ, ਐਕੈਡਮਿਕ ਆਪਰੇਸ਼ਨਸ ਹੈਗੇ, ਉਸ ਅੰਦਰ ਬਹੁਤ ਜ਼ਿਆਦਾ ਰਹਿੰਦੀ ਹੈ, ਜਿਸ ਕਰਕੇ ਕੀ ਹੋ ਰਿਹਾ ਕਿ ਇਸ ਸਕੂਲਾਂ ਦੀ ਜਿਹੜੀ ਐਕੈਡਮਿਕ ਕੁਆਲਿਟੀ ਹੈਗੀ ਹੈ ਉਹ ਥੱਲੇ ਆ ਚੁੱਕੀ ਹੈ। ਸੈਕੰਡਲੀ, ਇਸ ਸਕੂਲ ਦੇ ਅੰਦਰ ਓਵਰ ਸਟਾਫਿੰਗ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ ਹੈ। ਜਿਹੜਾ ਸਿਰਸਾ ਸਾਹਿਬ ਹੋ ਗਏ, ਜੀਕੇ ਜੀ ਹੋ ਗਏ, ਉਸ ਤੋਂ ਪਹਿਲੇ ਸਰਨਾ ਜੀ ਹੋ ਗਏ, ਉਸ ਤੋਂ ਪਹਿਲੇ ਹਿੱਤ ਸਾਹਿਬ ਹੋ ਗਏ, ਇਹਨਾਂ ਸਾਰਿਆਂ ਦੀ ਕਮੇਟੀ ਦੇ ਟੈਨਿਓਰ ਦੇ ਅੰਦਰ ਬਹੁਤ ਜ਼ਿਆਦਾ ਓਵਰ ਸਟਾਫਿੰਗ ਕੀਤੀ ਗਈ ਹੈ। ਉਹਨਾਂ ਦੇ ਜਿਹੜੇ ਨੀਅਰਸ ਐਂਡ ਡੀਅਰਸ ਹੈਗੇ ਨੇ, ਸਿਫਾਰਿਸ਼ਾਂ ਲਗਾ ਕੇ ਉਹਨਾਂ ਦੇ ਜਿਹੜੇ ਬੇਲੋੜੀ ਪੋਜੀਸ਼ਨਸ ਕ੍ਰੀਏਟ ਕਰਕੇ ਉਹਨਾਂ ਨੂੰ ਉੱਥੇ ਹਾਇਰ ਕਰਤਾ ਜਾਂਦਾ ਹੈਗਾ। ਅਲਟੀਮੇਟ ਹੁੰਦਾ ਕੀ ਹੈਗਾ, ਜਿਹੜਾ ਭਾਰ ਹੈ ਉਹ ਗੁਰੂ ਦੀ ਗੋਲਕ ਤੇ ਪੈ ਰਿਹਾ ਹੈਗਾ। ਜੇ ਇਸ ਪ੍ਰੋਬਲਮ ਨੂੰ ਦੇਖਿਆ ਜਾਏ, ਇਹ ਪ੍ਰੋਬਲਮ ਕਿੱਥੋਂ ਸ਼ੁਰੂ ਹੋਈ? ਇਹ ਪ੍ਰੋਬਲਮ ਸ਼ੁਰੂ ਹੋਈ ਹੈ ਅਵਤਾਰ ਸਿੰਘ ਹਿੱਤ ਤੋਂ। ਅਵਤਾਰ ਸਿੰਘ ਹਿੱਤ ਦੇ ਵੇਲੇ ਬਹੁਤ ਜ਼ਿਆਦਾ ਓਵਰ ਸਟਾਫਿੰਗ ਸੀ। ਉਸ ਤੋਂ ਬਾਅਦ ਉਹ ਲਿੰਗਰੋਨ ਹੋ ਗਈ, ਸਰਨਾ ਸਾਹਿਬ ਵਾਲੇ, ਸਰਨਾ ਸਾਹਿਬ ਵੀ ਬਹੁਤ ਜ਼ਿਆਦਾ ਓਵਰ ਸਟਾਫਿੰਗ ਕਰਕੇ ਗਏ, ਤੇ ਉਹਨਾਂ ਨੇ ਬੇਸਿਕਲੀ ਕੀਤਾ ਕੀ ਹੈਗਾ, ਜਿਹੜਾ 5ਵਾਂ ਜਾਂ 6ਵਾਂ ਉਸ ਵੇਲੇ ਸੈਲਰੀ ਗ੍ਰੇਡ ਚੱਲ ਰਿਹਾ ਸੀ, ਉਹਦੇ ਹਿਸਾਬ ਦੇ ਨਾਲ ਪੇਰੈਂਟਸ ਤੋਂ ਸੈਲਰੀਜ਼ ਤੇ ਲੈ ਲੀਆਂ, ਪਰ ਟੀਚਰਸ ਨੂੰ ਉਹਦੇ ਹਿਸਾਬ ਨਾਲ ਸੈਲਰੀਜ਼ ਨਹੀਂ ਦਿੱਤੀ ਗਈਆਂ, ਫੀਸਾਂ ਲੈ ਲਈਆਂ ਬਟ ਸੈਲਰੀਜ਼ ਨਹੀਂ ਦਿੱਤੀਆਂ ਗਈਆਂ, ਜਿਸ ਕਰਕੇ ਉਹ ਜਿਹੜਾ ਬਰਡਨ ਸੀ, ਉਹ ਜਿਹੜਾ ਡੈਪਥ ਸੀ, ਵੱਧਦਾ ਚਲਾ ਗਿਆ ਹੈਗਾ। ਅੱਜ ਰੂਟ ਕਾਜ਼ ਹੈਗਾ ਕਿ ਸਾਡੇ ਦਿੱਲੀ ਕਮੇਟੀ ਦੇ ਜਿਹੜੇ ਸਕੂਲਸ ਨੇ, ਕਾਲਜਸ ਹੈਗੇ ਨੇ, ਉਸ ਅੰਦਰ ਬਹੁਤ ਹੀ ਜ਼ਿਆਦਾ ਓਵਰ ਸਟਾਫ ਦੀ ਪ੍ਰੋਬਲਮ ਹੈਗੀ ਹੈ। ਉਹ ਜਿਹੜੇ ਸਿਫਾਰਸ਼ੀ ਓਵਰ ਸਟਾਫ ਕਰਕੇ ਕੀ ਹੋਇਆ ਪਿਆ, ਜਿਹੜੇ ਮੈਰਿਟ ਬੇਸਡ ਸਟਾਫ ਹੈਗਾ, ਚਾਹੇ ਉਹ ਟੀਚਰਸ ਨੇ, ਚਾਹੇ ਉਹ ਨਾਨ ਅਕੈਡਮਿਕ ਸਟਾਫ ਹੈਗਾ, ਉਹਨਾਂ ਦੇ ਉੱਤੇ ਭਾਰ ਪਾਇਆ ਜਾ ਰਿਹਾ। ਅੱਜ ਇਹ ਪ੍ਰੋਬਲਮ ਇਸੇ ਕਰਕੇ ਸਿਚੁਏਸ਼ਨ ਹੋਈ ਪਈ ਹੈ। ਜੀ, ਤੁਸੀਂ ਹੱਥ ਖੜਾ ਕੀਤਾ ਸੀ ਜਸਮੀਤ ਵੀਰ ਜੀ। ਵੀਰ ਜੀ ਨੇ ਗੱਲ ਕੀਤੀ ਵੀ 6 ਪੇ ਕਮਿਸ਼ਨ ਦੀ, ਮੈਂ ਪਹਿਲੇ ਜਵਾਬ ਦਵਾਂਗਾ, ਠੀਕ ਹੈ, ਪਰ ਸ਼ਾਇਦ ਮੇਰੇ ਨੌਲੇਜ ਵਾਸਤੇ ਦੱਸਦਾ, ਜਦ ਸਰਨਾ ਸਾਹਿਬ ਪ੍ਰਧਾਨ ਸੀਗੇ ਤਾਂ ਇਹ ਗੱਲ ਹੋਈ ਸੀਗੀ ਵੀ ਜਿਹੜਾ 2013 ਤੋਂ ਜਿਹੜੀ ਕਮੇਟੀ ਆ, ਜਿਹੜਾ ਦਲ ਕਾਬਜ ਹੋਏਗੀ, ਜਿਹੜੀ ਜਥੇਬੰਦੀ ਕਾਬਜ ਹੋਏਗੀ, 2013 ਤੋਂ 6 ਪੇ ਕਮਿਸ਼ਨ ਲਾਗੂ ਕਰ ਦੇਗੀ, ਉਹ ਦਿੱਤਾ ਜਾਏਗਾ, ਚਾਹੇ ਜਿੰਨਾ ਵੀ ਹੁੰਦਾ, ਜਿਵੇਂ ਵੀ ਹੁੰਦਾ। ਉਸ ਤੋਂ ਬਾਅਦ ਤੁਸੀਂ ਅਵਤਾਰ ਸਿੰਘ ਹਿੱਤ ਦੀ ਬਾਈਟ ਸੁਣ ਲਓ, ਇਹ ਕਹਿੰਦੇ ਜੀ ਅਸੀਂ ਵਸੰਤ ਵਿਹਾਰ ਸਕੂਲ ਦੇ ਖੜਾ ਹੋ ਕੇ ਬੋਲਿਆ ਸੀ, ਪਿਛਲਾ 6 ਪੇ ਸਾਰਾ ਪਿਛਲਾ ਖਤਮ, ਅਗਲਾ ਚਾਲੂ। ਇਹ ਗੱਲ ਉੱਥੇ ਸਟਾਫ ਵੀ ਮੰਨ ਗਿਆ ਸੀਗਾ। ਮੈਂ ਜਸਵੰਤ ਕੌਰ ਜੀ ਮੈਡਮ ਬੈਠੇ, ਉਹਨਾਂ ਕੋਲ ਜਵਾਬ ਲੈਣਾ ਚਾਹਾਂਗਾ ਕਿ ਸਟਾਫ ਵੀ ਮੰਨ ਗਿਆ ਸੀਗਾ। ਉਸ ਤੋਂ ਬਾਅਦ ਉਸ ਤੋਂ ਪਹਿਲੇ ਪ੍ਰਧਾਨ ਦੇ ਕੋਲ ਜਾਂਦੇ ਆ ਸਟਾਫ ਦੀ, ਸਾਡਾ 6 ਪੇ ਕਮਿਸ਼ਨ ਪ੍ਰਧਾਨ ਸਾਹਿਬ ਲਾਗੂ ਕਰ ਦੇਗੇ ਸਰਨਾ ਦਾ, ਤੇ ਜਿਹੜਾ ਉਸ ਵੇਲੇ ਦਾ ਪ੍ਰਧਾਨ ਸੀ ਉਹ ਕਹਿੰਦਾ ਸਰਨਾ ਲਾਗੂ ਕਰ ਦੇਗੇ, ਸਰਨੇ ਦੇ ਘਰ ਚਲੇ ਜਾਓ। ਉਸ ਤੋਂ ਬਾਅਦ ਸਟਾਫ ਦੇ ਨਾਲ ਇਹਨਾਂ ਦੀ ਤਾਨਾਸ਼ਾਹੀ ਉੱਥੋਂ ਹੀ ਸ਼ੁਰੂ ਹੋ ਜਾਂਦੀ ਹੈ। ਇਹ ਪਹਿਲੇ ਤੇ ਜਿਹੜੇ 4 ਸਾਲ ਹੁੰਦੇ ਆ, ਇਹ MLA ਕੌਂਸਲਰ ਬਣਨ ਦੇ ਵਿੱਚ ਸਾਰਾ ਦਿੱਲੀ ਕਮੇਟੀ ਦਾ ਬੜਾ ਗਰਕ ਕਰ ਦਿੰਦੇ ਆ। ਸਟਾਫ ਇਹਨਾਂ ਨੂੰ ਮੇਲਸ ਪਾਉਂਦਾ ਹੈ, ਸਟਾਫ ਇਹਨਾਂ ਨਾਲ ਗੱਲਬਾਤ ਕਰਨ ਨੂੰ ਤਿਆਰ ਹੁੰਦਾ ਹੈ, ਸਟਾਫ ਸਮਝੌਤਾ ਕਰਨ ਨੂੰ ਤਿਆਰ ਹੁੰਦਾ। ਅਗਰ ਇਹਨਾਂ ਨੇ ਉਸ ਟਾਈਮ
ਕਾਉਂਸਲਰ ਐਮਐਲਏ ਐਮਪੀ ਬਣਨ ਦੀ ਨਾ ਸੋਚੀ ਹੁੰਦੀ, ਸਟਾਫ ਦੀ ਸੁਣੀ ਹੁੰਦੀ ਤੇ ਇੰਨਾ ਬੜਾ ਦਿੱਲੀ ਕਮੇਟੀ ਤੇ ਨਹੀਂ ਪੈਣਾ ਸੀਗਾ। ਦੂਜੀ ਗੱਲ ਜਿਹੜਾ ਕਹਿੰਦੇ ਆ ਜੀ ਸਟਾਫ ਬੜਾ ਵਾਧੂ ਸੀਗਾ, ਸਰਨਾ ਸਾਹਿਬ ਅੱਜ ਇਹ ਵੀ ਕਹਿ ਰਹੇ ਆ, ਬਾਲ ਦਲ ਵੀ ਕਹਿੰਦਾ ਸੀ ਸਟਾਫ ਸਰਨਾ ਸਾਹਿਬ ਬੜਾ ਛੱਡ ਗਏ ਸੀਗੇ। ਤਾਂ ਮੈਂ ਕਹਿਣਾ ਚਾਹਾਂਗਾ ਇੰਡੀਆ ਗੇਟ ਦਾ ਵਾਕਿਆ ਹੈ, ਉੱਥੇ ਗੱਲ ਹੁੰਦੀ ਹੈ ਜੀ, ਦਿੱਲੀ ਕਮੇਟੀ ਦਾ ਰੂਲ ਹੈ ਲਾਸਟ ਕਮ ਫਰਸਟ ਗੋ, ਜਿਹੜਾ ਲਾਸਟ ਆਏਗਾ ਉਹ ਪਹਿਲੇ ਬਾਹਰ ਜਾਏਗਾ। ਉੱਥੇ ਗੱਲ ਚੱਲਦੀ ਹੈ ਵੀ ਸਟਾਫ ਅਸੀਂ ਕੱਢਣਾ ਸਟਾਫ। ਉੱਥੇ ਸਿਰਸਾ ਸਾਹਿਬ ਕਹਿੰਦੇ ਆ ਜੀ ਮੈਂ ਤੇ ਆਪਣਾ ਨਹੀਂ ਕੱਢਣ ਦਿਆਂਗਾ, ਜਿੰਨੇ ਕੱਢਣਾ ਆਪਣਾ ਕੱਢ ਲੈ, ਮੈਂ ਤੇ ਨਹੀਂ ਕੱਢਣ ਦਿਆਂਗਾ। ਲਿਟਰਲੀ ਇਹ ਵਰਡਿੰਗ ਸੀਗੇ। ਅੱਜ ਦਿੱਲੀ ਕਮੇਟੀ ਕੋਲ, ਅੱਜ ਨਹੀਂ ਜਦ ਦਿੱਲੀ ਕਮੇਟੀ ਇਹਨਾਂ ਕੋਲ ਆਈ ਸੀਗੀ, ਦਿੱਲੀ ਕਮੇਟੀ ਕੋਲ ਇੰਨਾ ਫੰਡ ਸੀਗਾ ਕਿ ਇੱਕ ਸਕੂਲ ਹੋਰ ਲੈ ਕੇ, ਅਗਰ ਸਟਾਫ ਵਾਧੂ ਲੱਗ ਰਿਹਾ ਸੀਗਾ, ਸਟਾਫ ਸਾਂਭਿਆ, ਸਾਂਭਣ ਤੋਂ ਬਾਅਦ 123 ਕਰੋੜ ਰੁਪਏ ਦਾ ਛੱਡ ਕੇ ਗਿਆ, 200-300 ਕਰੋੜ ਰੁਪਏ ਦੇ ਕੰਮ ਕੀਤੇ ਹੈ, ਸਕੂਲ ਖੜੇ ਕੀਤੇ ਹੈ, ਇੰਸਟੀਚਿਊਟਸ ਬਣਾਏ ਹੈ, ਮੈਮੋਰੀਅਲ ਬਣਾਇਆ, ਬੜੇ ਸਰਨਾ ਸਾਹਿਬ ਨੇ ਸੇਵਾ ਕੀਤੀ ਹੈ, ਸਾਂਭਿਆ। ਸਾਂਭਣ ਤੋਂ ਬਾਅਦ ਦਿੱਲੀ ਕਮੇਟੀ ਇਹਨਾਂ ਤੇ ਜਿਹੜੀ ਹੋਈ ਹੈ, ਜਿਹੜੀ ਫੁਲਵਾੜੀ ਹੈ ਨਾ, 100% ਤਾਂ ਕੋਈ ਵੀ ਠੀਕ ਨਹੀਂ ਹੋ ਸਕਦਾ। ਇੰਨੀ ਵੱਡੀ ਸੰਸਥਾ ਚਲਾਉਣਾ, 1-2% ਗਲਤੀਆਂ ਹੋ ਜਾਂਦੀਆਂ, ਉਹ ਵੀ ਆਖਿਰ ਇਨਸਾਨ ਨੇ। 13 ਸਕੂਲ ਨੇ, ਦਿੱਲੀ ਕਮੇਟੀ ਹੈ, ਕਾਲਜ ਨੇ, ਇੰਸਟੀਚਿਊਟਸ ਹੈ, ਹੋਰ ਵੀ ਕਈ ਹੈਗੇ ਆ, ਥੋੜੀ ਮੋਟੀ ਗਲਤੀ ਹੋ ਜਾਂਦੀ ਹੈ। ਪਰ ਇੰਨੀ ਵੱਡੀ ਗਲਤੀ, ਗੁਰੂ ਘਰ ਦੀ ਗੋਲਕ ਹੀ ਖਾਲੀ ਹੋ ਜਾਏ। ਅੱਜ ਦਿੱਲੀ ਕਮੇਟੀ ਮਾਈਨਸ ਦੇ ਵਿੱਚ ਚੱਲ ਰਹੀ ਹੈ, ਉਸ ਟਾਈਮ ਅੱਜ ਕਿਉਂ ਮਾਈਨਸ ਵਿੱਚ ਚੱਲ ਰਹੀ ਹੈ ਸਾਨੂੰ ਇਹ ਸੋਚਣ ਦੀ ਲੋੜ ਹੈ। ਇਸ ਕਰਕੇ ਚੱਲ ਰਹੀ ਹੈ, ਜਿਹੜੀ ਗੋਲਕ ਦੇ ਥੱਲੇ ਛੇਦ ਹੋਏ ਨਾ, ਬੜੇ ਵੱਡੇ ਹੋ ਗਏ ਆ, ਉਹਦੇ ਸਾਰਾ ਪੈਸਾ ਜਿਹੜੇ ਬਾਦਲ ਦਲ ਦੇ ਜਿਹੜੇ ਮੈਂਬਰ ਹੈਗੇ ਆ ਜਾਂ ਪ੍ਰਧਾਨ ਸਕੱਤਰ ਹੈਗੇ, ਇਹਨਾਂ ਦੀ ਜੇਬਾਂ ਵਿੱਚ ਜਾ ਰਹੇ। ਕਿਉਂ? ਸਾਰੇ ਜਿਹੜੇ ਭੁੱਖੇ ਮੈਂਬਰ ਸੀਗੇ ਸਾਰੇ ਦਿੱਲੀ ਕਮੇਟੀ ਦੇ ਆ ਕੇ ਕਾਬਜ ਹੋ ਗਏ। ਜਦ ਸਰਨਾ ਸਾਹਿਬ ਦੇ ਕੋਲ ਸੀਗੀ ਉਸ ਟਾਈਮ ਟੀਮ, ਤੋਂ ਸਾਰੇ ਰੱਜੇ ਪੁੱਜੇ ਦੀ ਟੀਮ ਸੀਗੀ, ਕਿਸੇ ਨੂੰ ਕੋਈ ਕਮੀ ਨਹੀਂ ਸੀ, ਸਾਰੇ ਅੱਛੇ ਕਰਤਾ ਸੀਗੇ। ਅੱਜ ਜਿਹੜੇ ਵਿਹਲੇ ਸੀਗੇ ਸਾਰੇ ਦਿੱਲੀ ਕਮੇਟੀ ਦੇ ਆ ਕੇ ਕਾਬਜ ਹੋ ਗਿਆ। ਅੱਜ ਗੱਲ ਆਉਂਦੀ ਹੈ ਫਿਰ ਉਸ ਤੋਂ ਬਾਅਦ 6 ਪੇ ਕਮਿਸ਼ਨ ਦੀ। ਫਿਰ ਦੁਬਾਰਾ ਮੈਂ ਆਵਾਂ, ਜਦ ਇਹਨਾਂ ਨੇ ਕਹਿਤਾ 6 ਪੇ ਕਮਿਸ਼ਨ ਖਤਮ ਹੋ ਗਿਆ, ਫਿਰ ਕਾਹਦੇ ਸਰਨਾ ਸਾਹਿਬ ਨੂੰ ਰੋਂਦੇ ਰਹਿੰਦੇ ਆ। ਸਟਾਫ ਸੀਗਾ ਵਾਧੂ ਤੇ ਇੱਕ ਸਕੂਲ ਹੋਰ ਖੋਲਦੇ, ਜਗ੍ਹਾ ਲੈਂਦੇ ਤੇ ਉੱਥੇ ਸਟਾਫ ਨੂੰ ਟ੍ਰਾਂਸਫਰ ਕਰ ਦਿੰਦੇ। ਜੀ ਜਸਵੰਤ ਕੌਰ ਮੈਡਮ ਜੀ, ਕੀ ਇਹ ਜੋ ਜਸਮੀਤ ਵੀ ਜੀ ਕਹਿ ਰਹੇ ਨੇ, ਤੁਸੀਂ ਇਸ ਤੋਂ ਆਪਣਾ ਨਾਂ ਦੇ ਵਿੱਚ ਸਿਰ ਹਿਲਾ ਰਹੇ ਸੀਗੇ। ਸੈਕੰਡਲੀ, ਜਿਹੜਾ 6 ਪੇ ਕਮਿਸ਼ਨ ਸੀਗਾ, ਕੀ ਤੁਸੀਂ ਉਹਨੂੰ ਇਨਕਾਰ ਕੀਤਾ ਸੀਗਾ? ਤੁਸੀਂ ਸਹਿਮਤ ਹੋਏ ਸੀਗੇ ਉਹਦੇ ਨਾਲ? ਔਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਸਟਾਫ ਵਾਕਈ, ਕਿਉਂਕਿ ਤੁਸੀਂ ਸਟਾਫ ਹੋ, ਬਹੁਤ ਜ਼ਿਆਦਾ ਓਵਰਲੋਡਡ ਹੈ, ਇਹਨੂੰ ਮੈਨੇਜਮੈਂਟ ਵਾਸਤੇ ਇੱਕ ਮੁਸੀਬਤ ਬਣਦਾ ਜਾ ਰਿਹਾ ਵੇ। ਕੀ ਇਸ ਓਵਰਲੋਡਡ ਸਟਾਫ ਨੂੰ ਕਿਤੇ ਮੈਨੇਜ ਕੀਤਾ ਜਾ ਸਕਦਾ ਵੇ? ਸਰ ਮੈਨੂੰ ਨਹੀਂ ਪਤਾ ਇਹ ਮੀਟਿੰਗ ਕਦੋਂ ਹੋਈ ਸੀ। ਜਿਹੜਾ ਹਿੱਟ ਸਾਹਿਬ ਕਹਿੰਦੇ ਨੇ ਕਿ ਅਸੀਂ ਸਟਾਫ ਦੇ ਨਾਲ ਮੀਟਿੰਗ ਕੀਤੀ ਔਰ ਸਟਾਫ ਰਾਜੀ ਹੋ ਗਿਆ ਕਿ ਅੱਗੇ ਲੱਗ ਕਰ ਦੋ, ਪਿਛਲਾ ਇਸ ਸਟਾਫ ਦੀ ਬਾਈਟ ਹੈਗੀ ਆ ਵਸੰਤ ਹੋਣੀ ਹੈ। ਨਹੀਂ ਸਰ ਹੋਣੀ ਹੈ, ਮੈਂ ਉਸ ਨੂੰ ਨਕਾਰ ਨਹੀਂ ਰਹੀ ਹਾਂ, ਲੇਕਿਨ ਉਸ ਮੀਟਿੰਗ ਦੇ ਵਿੱਚ ਨਾ ਤਾਂ ਮੈਂ ਸੀ, ਨਾ ਲੋਨੀ ਰੋਡ ਦਾ ਕੋਈ ਹੋਰ ਸਟਾਫ ਸੀਗਾ। ਮੈਂ ਆਪਣੇ ਸਕੂਲ ਦੀ ਗੱਲ ਕਰ ਸਕਦੀ, ਸਾਡੇ ਤੋਂ ਕੋਈ ਨਹੀਂ ਸੀਗਾ, ਨਾ ਅਸੀਂ ਰੈਡੀ ਸੀਗੇ ਇਸ ਚੀਜ਼ ਵਾਸਤੇ। ਅਸੀਂ 2011 ਤੋਂ ਕੋਰਟ ਕੇਸਿਸ, 10 ਤੋਂ ਕੋਰਟ ਕੇਸਿਸ ਲੜ ਰਹੇ ਸੀਗੇ। ਦੂਸਰਾ, ਸਰਨਾ ਸਾਹਿਬ ਨੇ 2011 ਦੇ ਵਿੱਚ ਐਫੀਡੇਵਿਟ ਦਿੱਤਾ ਸੀ ਕਿ 2012 ਜਨਵਰੀ ਤੋਂ ਮੈਂ ਪੇ ਕਮਿਸ਼ਨ ਇੰਪਲੀਮੈਂਟ ਕਰ ਦੂੰਗਾ। ਇਹ ਐਫੀਡੇਵਿਟ ਕੋਰਟ 'ਚ ਦਿੱਤਾ ਸੀ ਔਰ 2013 ਦੇ ਵਿੱਚ ਸਰਨਾ ਸਾਹਿਬ ਦੀ ਕਮੇਟੀ ਗਈ ਹੈ, ਇੰਪਲੀਮੈਂਟ ਨਹੀਂ ਹੋਇਆ ਸੀ। ਚਲੋ ਇਹ ਪਿਛਲੇ ਗੱਲਾਂ ਨੇ। ਇਹ ਨਾ 8 ਸਾਲ ਦਾ ਪੀਰੀਅਡ ਬਹੁਤ ਲੰਬਾ ਪੀਰੀਅਡ ਹੁੰਦਾ। ਇਹ ਜਿਹੜੀ ਵੀ ਗਲਤੀਆਂ ਹੋਈਆਂ ਨਹੀਂ ਹੋਈਆਂ, ਓਵਰ ਸਟਾਫ ਸੀ ਜਾਂ ਜੋ ਵੀ ਸੀ, ਜਿੰਨੀਆਂ ਵੀ ਗਲਤੀਆਂ ਹੋਈਆਂ ਸਭ ਐਕਸੈਪਟ ਕਰ ਲਓ ਤੇ ਅੱਗੇ ਤੋਂ ਨਹੀਂ ਹੋਣਗੀਆਂ। ਨਹੀਂ ਐਕਸੈਪਟ ਕਰੋਗੇ ਦੁਬਾਰਾ ਫੇਰ ਹੋਣਗੀਆਂ। ਓਵਰ ਸਟਾਫ ਸੀਗਾ, ਇਹਨਾਂ ਤੋਂ 8 ਸਾਲ ਦਾ ਪੀਰੀਅਡ ਸੀਗਾ, ਬੜੇ ਅੱਛੇ ਤਰੀਕੇ ਨਾਲ ਮੈਨੇਜ ਹੋ ਸਕਦਾ ਸੀਗਾ। ਮੈਂ ਹਮੇਸ਼ਾ ਇਹ ਗੱਲ ਕਹਿਣੀ ਆ ਕਿ ਸਾਡੇ ਤੋਂ ਬੁੱਕ ਸ਼ਾਪ ਹੈ, ਸਾਡੇ ਤੋਂ ਯੂਨੀਫਾਰਮ ਸ਼ਾਪ ਹੈ, ਸਾਡੇ ਤੋਂ ਕੈਂਟੀਨ ਹੈ। ਅਸੀਂ 2-2 ਸਟਾਫ ਮੈਂਬਰ ਵੀ ਇੱਥੇ ਜੇ ਇਨ ਸਰਵਿਸ ਕਰੀਏ, ਜਿਹੜਾ ਵੀ ਉੱਥੇ ਲੀਜ਼ ਤੇ ਲੈਂਦਾ ਆ ਉਹ ਉਹਦੀ ਰਾਇਲਟੀ ਵੀ ਦਿੰਦਾ ਆ, ਉਹਦੇ ਕਮਿਸ਼ਨ ਵੀ ਦਿੰਦਾ ਆ ਔਰ ਉਸ ਤੋਂ ਬਾਅਦ ਪ੍ਰੋਫਿਟ ਵੀ ਕਮਾਉਂਦਾ, ਆਪਣੇ ਘਰ ਵੀ ਚਲਾ ਰਿਹਾ। ਦੈਟ ਮੀਨਸ ਉੱਥੇ ਜੇ ਸਟਾਫ ਇੰਪਲੋਈ ਕਰਦੇ ਹੋ ਆਪਣਾ ਘਰ ਵੀ ਚਲਾਏਗਾ ਔਰ ਉੱਥੋਂ ਪ੍ਰੋਫਿਟ ਵੀ ਕਮਾ ਕੇ ਦੇਗਾ। ਅਸੀਂ ਉੱਥੇ ਜੇ 12 ਸਕੂਲ ਨੇ ਸਾਡੇ ਕੋਲ 2-2 ਬੰਦੇ ਇੰਪਲੋਈ ਕਰਦੇ, 72 ਬੰਦੇ ਹੁੰਦੇ ਨੇ ਤੇ ਅਸੀਂ ਕੁਝ ਹੱਦ ਤੱਕ ਇਹ ਸਟਾਫ ਇਸ ਤਰ੍ਹਾਂ, ਇੱਕ ਐਗਜ਼ਾਮਪਲ ਹੈ। ਦੂਸਰਾ, ਸਾਡੇ ਕੋਲ ਪ੍ਰਿੰਟਿੰਗ ਪ੍ਰੈਸ ਹੈਗੀ ਸੀ, ਅਸੀਂ ਉਹਦੀ ਕਾਪੀਆਂ ਛਾਪ ਕੇ ਮਾਰਕੀਟਿੰਗ ਕਰਵਾਏ ਜਿਹੜੇ ਓਵਰ ਸਟਾਫ ਬੰਦੇ ਨੇ ਇਹਨਾਂ ਤੋਂ ਕਿ ਹਾਂ ਵੀ ਤੁਸੀਂ ਸਕੂਲਾਂ ਤੋਂ ਲੈ ਕੇ ਆਓ ਆਪਣਾ ਕਿ ਹਾਂ ਕਿੰਨੀਆਂ ਕਾਪੀਆਂ ਉਹਨਾਂ ਨੂੰ ਚਾਹੀਦੀਆਂ ਨੇ ਸਾਲ ਦੇ ਸ਼ੁਰੂ 'ਚ, ਅਸੀਂ ਉਹਨਾਂ ਨੂੰ ਕੰਸੈਸ਼ਨਲ ਰੇਟ ਤੇ ਦੇ ਸਕਦੇ ਹਾਂ ਕਿ ਆਪਣਾ ਪ੍ਰੋਫਿਟ ਮਾਰਜਨ ਬਹੁਤ ਮਿਨੀਮਮ ਕਰਕੇ। यूनिफॉर्म ਜਿਹੜੇ ਬਣਾਉਂਦੇ ਆ ਬਾਹਰੋਂ ਬਣਵਾ ਰਹੇ ਆ यूनिफॉर्म, ਬੜੀ ਸਾਰੇ ਲੇਡੀਜ਼ ਨੇ ਜਿਹੜੀਆਂ ਕਿ ਘਰੇ ਸਿਲਾਈ ਕਰਦੀਆਂ ਨੇ, ਉਹਨਾਂ ਨੂੰ ਅਸੀਂ ਕੰਟਰੈਕਟ ਦੇ ਸਕਦੇ ਆ। ਫਿਰ ਉੱਥੇ ਗੁਰਦੁਆਰਾ ਬੜਾ ਵੱਡਾ ਲੱਕੀ ਸ਼ਾਹ ਵੰਜਾਰਾ ਹਾਲ ਹੈ, ਉੱਥੇ ਬਿਠਾ ਕੇ ਵੀ ਅਸੀਂ ਸਿਲਾਈ ਕਰਵਾ ਸਕਦੇ ਆ। ਬੜੀ ਸਾਰੀ ਮਤਲਬ ਬਹੁਤ ਸਾਰੇ ਨਿਕਲ ਸਕਦੇ। ਮੈਨੇਜਮੈਂਟ ਤੁਸੀਂ ਕਰਨੀ ਹੋਣੀ ਚਾਹੀਦੀ ਹੈ। ਤੁਸੀਂ ਇੰਪਲੋਇਮੈਂਟ ਜਨਰੇਟ ਕਰਨੀ ਸੀ, ਤੁਸੀਂ ਉਹਨਾਂ ਨੂੰ ਕੱਢਣ ਦੀ ਗੱਲ ਨਾ ਕਰੋ, ਉਹਨਾਂ ਨੂੰ ਇੰਪਲੋਇਮੈਂਟ ਜਨਰੇਟ ਕਰੋ। ਹੋਰ ਐਸਾ ਕੰਮ ਕਰੋ ਕਿ ਇੰਪਲੋਇਮੈਂਟ ਜਨਰੇਟ ਹੋਏ। ਉਹ ਇੱਕ ਮੁੱਦਾ ਹੋਣਾ ਚਾਹੀਦਾ ਸੀ। ਜਦੋਂ ਪੇਟ ਭਰਿਆ ਹੁੰਦਾ ਨਾ ਸਰ, ਭਜਨ ਵੀ ਉਦੋਂ ਹੀ ਹੁੰਦਾ ਔਰ ਪੇਟ ਭਰਿਆ ਹੋਏਗਾ ਜਦ ਤੁਹਾਡੇ ਤੋਂ ਇੰਪਲੋਇਮੈਂਟ ਹੋਏਗੀ। ਔਰ ਗੁਰਦੁਆਰਾ ਕਮੇਟੀ ਦਾ ਮੁੱਢਲਾ ਇਹ ਹੋਣਾ ਚਾਹੀਦਾ ਕਿ ਅਸੀਂ ਆਪਣੇ ਸਿੱਖ ਯੂਥ ਨੂੰ, ਜਿਹੜਾ ਵੀ ਸਿੱਖ ਲੇਡੀਜ਼ ਹੈ, ਯੂਥ ਹੈ, ਉਹਨਾਂ ਨੂੰ ਅਸੀਂ ਇੰਪਲੋਇਮੈਂਟ ਦਈਏ ਤੇ ਉਹ ਆਪਣੇ ਓਵਰ ਸਟਾਫਿੰਗ ਦਾ ਮੁੱਦਾ ਇੱਥੇ ਖਤਮ ਹੁੰਦਾ। 8 ਸਾਲ ਦਾ ਬਹੁਤ ਵੱਡਾ ਪੀਰੀਅਡ ਸੀ, ਮੈਨੇਜਮੈਂਟ ਨਹੀਂ ਹੋਈ ਹੈ ਇਹਨਾਂ ਦੇ, ਆਪਣੇ ਬਹੁਤ ਜ਼ਿਆਦਾ ਪਿੱਛੇ ਮਿਸਮੈਨੇਜਮੈਂਟ ਰਹੀ ਹੈ। ਚਾਹੇ ਸੁਪ੍ਰੀਤ ਜੀ ਸਹੀ ਕਹਿ ਰਹੇ ਨੇ, ਬੜੇ ਸਾਰੇ ਲੋਕਾਂ ਦੀ ਪ੍ਰਧਾਨ ਰਹੇ ਨੇ, ਸਭ ਦੀ ਰਹੀ ਹੈ,
ਲੇਕਿਨ ਅਸੀਂ ਜੇ ਕਹੀਏ ਜੀ ਹੁਣ ਇੰਨਾ ਦੀ ਨਹੀਂ ਹੈ ਜੀ, ਇੰਨਾ ਦੀ ਵੀ ਉਨੀ ਹੈ। ਹੁਣ ਸਰਸਾ ਸਾਹਿਬ ਕਹਿੰਦੇ ਨੇ ਮੇਰਾ 2 ਸਾਲ ਦਾ ਟੈਨਿਓਰ, ਅਸੀਂ 2 ਸਾਲ ਕਿਉਂ ਦੇਖੀਏ? ਪਹਿਲਾਂ ਤੁਸੀਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਵਾਈਸ ਚੇਅਰਮੈਨ ਰਹੇ, ਉਹ ਵੀ ਤੁਹਾਡੇ ਉੱਤੇ ਪੂਰੇ ਸਾਈਨ ਚੱਲਦੇ ਨੇ ਉੱਥੇ ਤੁਹਾਡੇ। ਔਰ ਜਦ ਤੁਸੀਂ ਇੱਥੇ ਸੀਗੇ ਪ੍ਰਧਾਨ ਬਣੇ ਹੋ 2 ਸਾਲ ਬਾਅਦ, 6 ਸਾਲ ਬਾਅਦ, ਤੇ ਤਾਂ ਵੀ ਤੁਹਾਡੇ ਸਾਈਨ ਚੱਲਦੇ ਨੇ। ਤੁਸੀਂ 2 ਸਾਲ ਦਾ ਟੈਨਿਓਰ ਤੋਂ ਮੰਨੀ, ਤੁਹਾਡਾ 8 ਸਾਲ ਦਾ ਟੈਨਿਓਰ ਤੋਂ ਨਾ ਮੰਨੀ ਅਸੀਂ ਤੁਹਾਡਾ। ਤੁਹਾਡੀ ਕਦੋਂ ਨਹੀਂ ਚੱਲਦੀ ਸੀ 8 ਸਾਲਾਂ ਦੇ ਵਿੱਚ? ਤੁਸੀਂ ਇਹ ਮੈਨੇਜ ਕਰ ਸਕਦੇ, ਜਿਹੜੇ ਤੁਸੀਂ ਫੇਲ ਹੋਏ ਹੋ ਐਕਸੈਪਟ ਕਰੋ, ਅੱਗੇ ਵਧੀਏ। ਔਰ ਜਿੱਥੋਂ ਤੱਕ ਜੇ ਅਸੀਂ ਬਾਹਰਲੇ ਇੰਸਟੀਚਿਊਟ ਨੂੰ ਦੇ ਸਕਦੇ ਹਾਂ, ਅਸੀਂ ਇੱਕ ਬਾਲਾ ਸਾਹਿਬ ਹਸਪੀਟਲ ਜਾਂ ਇੱਕ ਛੋਟਾ ਜਿਹਾ ਸੈਂਟਰ ਜਿਹੜਾ ਆ, ਇੱਕ ਨਾਨ ਸਿੱਖ ਐਨਜੀਓ ਨੂੰ ਜੇ ਅਸੀਂ ਉਹ ਚਲਾਉਣ ਨੂੰ ਦੇ ਸਕਦੇ ਹਾਂ, ਕਿ ਆਪਣੇ ਸਕੂਲ ਅਸੀਂ ਕਿਸੇ ਇੰਡਸਟਰੀਜ਼ ਨੂੰ, ਕਿਸੇ ਵੱਡੇ ਵੱਡੇ ਬਿਜ਼ਨਸਮੈਨ ਨੂੰ ਨਹੀਂ ਚਲਾਉਣ ਨੂੰ ਦੇ ਸਕਦੇ। ਅਸੀਂ ਮੈਂਬਰਾਂ ਨੂੰ ਬਾਹਰ ਕੱਢੀਏ ਉੱਥੋਂ। ਅਸੀਂ ਜੇ ਪਾਰਟੀਜ਼ ਅਨਾਉਂਸ ਕਰਦੇ, ਸਾਡੇ ਮੈਂਬਰ ਜਿਹੜੇ ਵੀ ਜਿੱਤਣਗੇ ਉਹ ਨਾ ਚੇਅਰਮੈਨ ਬਣਨਗੇ, ਨਾ ਮੈਂਬਰ ਬਣਨਗੇ, ਈਵਨ ਮੈਨੇਜਰ ਬਣਨਗੇ। ਤੁਹਾਡੀ ਆਵਾਜ਼ ਬੰਦ ਹੋ ਗਈ ਜੀ। ਮੈਂ ਤਾਂ ਸ਼ਾਇਦ ਕੋਈ ਮੈਂਬਰ ਇਲੈਕਸ਼ਨ ਲੜਨ ਨੂੰ ਤਿਆਰ ਨਹੀਂ ਹੋ ਜਾਏ। ਇਹ ਅਨਾਉਂਸ ਕਰ ਦੇਣ ਪਾਰਟੀ ਕਿ ਮੈਂ ਇਲੈਕਸ਼ਨ ਤੋਂ ਬਾਅਦ ਕਿਸੇ ਮੈਂਬਰ ਨੂੰ ਚੇਅਰਮੈਨ ਜਾਂ ਵਾਈਸ ਮੈਨੇਜਰ ਨਹੀਂ ਬਣਾਉਂਗਾ ਜੀ। ਇੱਕ ਜਸਵੰਤ ਇੱਕ ਹੈ ਬੜਾ ਮੇਨ ਸਵਾਲ ਹੈ, ਤੁਸੀਂ ਕਿਹਾ ਕਿ ਤੁਸੀਂ ਉਹਨਾਂ ਨੂੰ ਫੋਨ ਕੀਤਾ, ਤੁਸੀਂ ਈਮੇਲ ਵੀ ਪਾਈ, 4-5 ਦਿਨ ਪਹਿਲਾਂ ਈਮੇਲ ਪਾਈ ਉਹਨਾਂ ਨੂੰ ਕਿ ਤੁਸੀਂ ਇਸ ਆ ਰਹੇ ਹੋ ਮੈਮੋਰੰਡਮ ਦੇਣ, ਤੇ ਉਹ ਨਹੀਂ ਆਏ। ਉਹਨਾਂ ਨੇ ਕੀ ਕਹਿਤਾ ਕਿ ਮੈਂ ਸ਼ਹਿਰ ਦੇ ਵਿੱਚ ਹੈ ਨਹੀਂ। ਕੀ ਤੁਹਾਨੂੰ ਉਹਨਾਂ ਨੇ ਈਮੇਲ ਪਾ ਕੇ ਕਿਹਾ ਸੀਗਾ ਕਿ ਉਹ ਸ਼ਹਿਰ ਵਿੱਚ ਨਹੀਂ ਹੋਣਗੇ ਤੇ ਅੱਜ ਨਾ ਆਓ? ਉਹਨਾਂ ਦਾ ਕਹਿਣਾ ਮੈਂ ਈਮੇਲ ਦੇਖੀ ਹੀ, ਮੈਂ ਕਿੱਡਾ ਵੱਡਾ ਸੋਸ਼ਲ ਮੀਡੀਆ ਹੈਂਡਲ ਚਲਾ ਰਹੇ ਨੇ, ਉਹਨਾਂ ਦਾ ਪੇਜ ਚੱਲ ਰਿਹਾ ਹੈਗਾ, ਤੇ ਕੋਈ ਨਾ ਕੋਈ ਤੇ EMPLOYE ਰੱਖਿਆ ਹੋਣਾ ਉਹਨੇ, ਕੋਈ ਨਾ ਕੋਈ PA ਰੱਖਿਆ ਹੋਣਾ ਜਿਹੜਾ ਸੋਸ਼ਲ ਮੀਡੀਆ ਹੈਂਡਲ ਚਲਾ ਰਿਹਾ। ਈਵਨ ਮੈਨੂੰ ਪਤਾ ਕੌਣ ਉਹਨਾਂ ਦਾ ਹੈਂਡਲ ਚਲਾ ਰਿਹਾ, ਕਿ ਉਹਨਾਂ ਨੇ ਉਹਨਾਂ ਨੂੰ ਨਹੀਂ ਦੱਸਿਆ ਹੋਏਗਾ ਕਿ ਇਸ ਤਰ੍ਹਾਂ ਸਟਾਫ ਦੀ ਮੇਲ ਆਈ ਹੈ, ਕਿ ਉਹ ਔਰ ਇਹ ਸੋਸ਼ਲ ਮੀਡੀਆ ਤੇ ਪਾ ਦਿੱਤਾ ਗਿਆ, ਸੋਸ਼ਲ ਮੀਡੀਆ ਤੇ WhatsApp ਤੇ ਸਰਕੂਲੇਟ ਹੋਏ ਨੇ। ਔਰ ਈਵਨ ਮੇਰੇ ਗਰੁੱਪ ਦੇ ਵਿੱਚ ਮੈਂ ਖੁਦ ਪਾਇਆ, ਜਿੱਥੇ ਰਣਜੀਤ ਕੌਰ ਉਸ ਗਰੁੱਪ ਦੀ ਮੈਂਬਰ ਹੈ, ਉਹਨਾਂ ਨੇ ਦੇਖਿਆ ਕਿ ਉਹਨਾਂ ਨੇ ਨਹੀਂ ਦੱਸਿਆ ਹੋਏਗਾ ਕਿ ਇਸ ਤਰ੍ਹਾਂ ਸਟਾਫ ਆ ਰਿਹਾ। ਤੁਸੀਂ ਕੋਈ ਵੀ ਨਹੀਂ ਹੈ, ਤੁਹਾਡੇ ਇੰਨੇ ਮੈਂਬਰਸ ਨੇ, ਤੁਹਾਡੇ ਕੋਈ ਪ੍ਰਧਾਨ ਸਕੱਤਰ, ਈਵਨ ਰਣਜੀਤ ਕੌਰ ਆ ਜਾਂਦੀ ਉੱਥੇ। ਮੈਮ ਰਣਜੀਤ ਕੌਰ ਮੈਮ ਸਾਡੇ EMPLOYE, ਸਾਡੇ ਨਾਲ ਸਾਡੇ ਸਟਾਫ ਮੈਂਬਰ ਹੈ, ਤੇ ਉਹ ਆ ਜਾਂਦੇ, ਸਾਡੀ ਗੱਲ ਤਾਂ ਸੁਣਦੇ, ਸਾਡੀ ਗੱਲ ਤਾਂ ਕਰਦੇ। ਜਸਮੀਤ ਸਿੰਘ ਜੀ, ਕੀ ਪ੍ਰਧਾਨ ਸਾਹਿਬ ਸ਼ਹਿਰ ਵਿੱਚ ਸੀਗੇ ਕਿ ਨਹੀਂ ਸੀਗੇ? ਕਿ ਅੱਜ ਉਹਨਾਂ ਦੀ ਕੋਈ ਮੀਟਿੰਗ ਚੱਲ ਰਹੀ ਹੈ ਸਰ? ਦੇਖੋ, ਅਗਰ ਹੋਣਗੇ ਵੀ ਤੇ ਮੈਂ ਲੱਗਦਾ ਉਹ ਮਨਾ ਹੀ ਕਰਨਗੇ। ਉਹ ਜ਼ਰੂਰ ਆਂਦੇ, ਜਿੱਥੇ ਕੋਈ ਬੰਦਾ ਉੱਥੇ ਪੈਸੇ ਦੇਣ ਵਾਲਾ ਬੰਦਾ ਆਇਆ ਹੁੰਦਾ ਤਾਂ ਜ਼ਰੂਰ ਆਂਦੇ। ਉਹ ਲੈਣ ਆ ਗਏ ਸੀਗੇ, ਇਸ ਕਰਕੇ ਕਹਿੰਦੇ ਜੀ ਮੈਂ ਸ਼ਹਿਰ ਤੋਂ ਬਾਹਰ ਆ, ਜਾਂ ਉੱਥੋਂ ਤੱਕ ਕਿੱਥੇ ਸਪੀਚ ਹੁੰਦੀ, ਉਹਨਾਂ ਦੇ ਵਰਕਰ, ਉਹਨਾਂ ਦੇ ਜਿਹੜੇ ਫੋਲੋਵਰ ਉੱਥੇ ਬੈਠੇ ਹੁੰਦੇ, ਸ਼ਾਇਦ ਸਿਰਸਾ ਸਾਹਿਬ ਉੱਥੇ ਜ਼ਰੂਰ ਬੋਲਦੇ, ਚਾਹੇ ਚੰਡੀਗੜ੍ਹ ਹੁੰਦੇ, ਚਾਹੇ ਜਿੱਥੇ ਵੀ ਹੁੰਦੇ, ਉੱਥੇ ਜ਼ਰੂਰ ਬੋਲਦੇ। ਅੱਜ ਗੱਲ ਸਟਾਫ ਦੀ ਸੀਗੀ, ਇੱਥੇ ਗੱਲ ਸਟਾਫ ਆਪਣਾ ਹੱਕ ਲੈਣ ਆਇਆ ਸੀਗਾ, ਇਸ ਕਰਕੇ ਕਹਿੰਦੇ ਜੀ ਮੈਂ ਤੇ ਸ਼ਹਿਰ ਤੋਂ ਬਾਹਰ ਆ। ਹੁਣ ਸੀਗੇ ਕਿ ਨਹੀਂ ਸੀਗੇ, ਇਹ ਸਾਡੇ ਵਾਸਤੇ ਮੁੱਦਾ ਨਹੀਂ ਹੈ। ਸਾਡੇ ਵਾਸਤੇ ਮੁੱਦਾ ਇਹ ਹੈਗਾ ਕਿ ਅੱਜ ਮੈਨੇਜਮੈਂਟ ਕਿਹਦੇ ਹੱਥ ਹੈ, ਕਿ ਜਿਹੜਾ ਅੱਜ ਮੈਨੇਜਮੈਂਟ ਉਹਦੇ ਹੱਥ ਹੈ ਜਿਹੜਾ ਆਪਣੇ ਸਟਾਫ ਦੀ ਗੱਲ ਵੀ ਨਹੀਂ ਸੁਣ ਸਕਦਾ ਸਾਹਮਣੇ ਖੜਾ ਹੋ ਕੇ। ਅੱਜ ਮੈਨੇਜਮੈਂਟ ਉਹਦੇ ਹੱਥ ਹੈ। ਮੈਡਮ ਕਹਿੰਦੇ, ਸਿਰਸਾ ਸਾਹਿਬ ਕਹਿੰਦੇ ਜੀ 2 ਸਾਲ ਦੀ ਗੱਲ ਕਰੋ, 8-6 ਸਾਲ ਦੀ ਗੱਲ ਨਾ ਕਰੋ। ਇਹਦੇ ਵਿੱਚੋਂ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਕਿ ਇਹਦਾ ਮਤਲਬ 6 ਸਾਲ ਚੋਰੀਆਂ ਹੋ ਰਹੀਆਂ ਸੀਗੀਆਂ, ਤੂੰ ਕਰਾ ਰਿਹਾ ਤੇ ਤੂੰ ਚੁੱਪ ਸੀ। ਠੀਕ ਹੈ ਨਾ? 6 ਸਾਲ ਦੀ ਗੱਲ ਕਿਉਂ ਨਾ ਕਰੀਏ? ਅਗਰ ਆਪਾਂ 6 ਸਾਲ ਦੀ ਗੱਲ ਕਰਨੇ ਆ, ਇਹਨਾਂ ਦਾ ਮੈਂਬਰ ਕਹਿੰਦਾ ਜੀ 135 ਕਰੋੜ ਰੁਪਏ ਤੇ 140 ਕਰੋੜ ਰੁਪਏ ਗੋਲ ਲੱਗਿਆ ਸਾਲਾਨਾ। ਅਸੀਂ ਹਿਸਾਬ ਲਾਈਏ, ਮੈਂ ਚੈਨਲ ਦੇ ਵਿੱਚ ਇਹਨੂੰ ਕਿਹਾ ਸੀਗਾ ਕਿ ਇਹਦਾ ਹਿਸਾਬ ਦੇ 1120 ਕਰੋੜ ਰੁਪਇਆ ਬਣਦਾ 140 ਕਰੋੜ ਦੇ ਹਿਸਾਬ ਨਾਲ। ਕਿੱਥੇ ਆ 140 ਕਰੋੜ? 1120 ਕਰੋੜ ਰੁਪਇਆ ਦੱਸੇ, ਉਹਨੂੰ ਛੱਡ ਦੋ, 1120 ਦੇ ਨਾਲ 123 ਆਪਾਂ ਜੋੜ ਲਈਏ ਤੇ 1243 ਕਰੋੜ ਰੁਪਇਆ ਬਣਦਾ। ਅਸੀਂ ਹਲੇ ਜਿਹੜਾ ਕੋਵਿਡ ਦੇ ਵਿੱਚ ਪੈਸਾ ਆਇਆ, ਬਾਹਰੋਂ ਆਇਆ, ਕਿੱਥੋਂ ਆਇਆ, ਉਹਦਾ ਹਿਸਾਬ ਨਹੀਂ ਲਾਇਆ। 1243 ਕਰੋੜ ਰੁਪਇਆ 8 ਸਾਲ ਦਾ ਇਹਨਾਂ ਦਾ ਪੈਸਾ ਆਇਆ ਗੋਲਕ ਦੇ ਵਿੱਚ। ਉਹ ਕਿੱਥੇ ਹੈ? 400 ਖਰਚ ਹੋ ਗਿਆ ਹੋਣਾ, 300 ਕਰੋੜ ਖਰਚ ਹੋ ਗਿਆ ਹੋਣਾ, ਕਿੰਨਾ ਖਰਚ ਹੋ ਗਿਆ ਹੋਣਾ? ਬਾਕੀ ਪੈਸਾ ਕੀ ਛੱਡ ਕੇ ਜਾ ਰਹੇ ਹੋ? ਤੁਹਾਡੇ ਕੋਲ ਬਚਤ ਕੀ ਹੈ? 1200-1250 ਕਰੋੜ ਰੁਪਏ ਆਉਣ ਤੋਂ ਬਾਅਦ ਦਿੱਲੀ ਕਮੇਟੀ ਕੋਲ ਬਚਤ ਕੀ ਹੈ? ਮੈਨੇਜਮੈਂਟ ਕਾਲਜ ਬੰਦ ਹੋ ਰਹੇ ਆ, ਸਕੂਲਾਂ ਦਾ ਬੁਰਾ ਹਾਲ ਹੈ, ਜਿਹੜੇ ਕਾਲਜ ਹੈਗੇ ਆ ਉਹਨਾਂ ਦੀ ਤੁਸੀਂ ਫੀਸ ਨਹੀਂ ਦੇ ਪਾ ਰਹੇ ਹੋ, ਸਟਾਫ ਦਾ PF ਤੱਕ ਤੁਸੀਂ ਖਾ ਰਹੇ ਹੋ। ਕਿ ਤੁਸੀਂ ਕਿੱਥੇ ਸਟੈਂਡ ਕਰ ਰਹੇ ਹੋ? ਤੁਸੀਂ ਕਿਸ ਗੱਲ ਦੀ ਸੇਵਾ ਦਾ ਨਾਮ ਲੈਂਦੇ ਹੋ? ਤੁਸੀਂ ਕਿਸ ਨੂੰ ਤਾਂ ਕਹਿੰਦੇ ਹੋ ਮੈਂ ਸੇਵਾ ਕਰ ਰਿਹਾ? ਇਹ ਸੇਵਾ? ਤੁਸੀਂ ਇੱਕ ਗਰੀਬ ਜਿਹੜੀ ਤਨਖਾਹ 5000 ਰੁਪਏ ਹੋਏਗੀ, ਉਹਦਾ PF 1500-2000 ਕੱਟ ਜਾਂਦਾ, ਤੁਸੀਂ ਉਹ ਵੀ ਖਾਵੇ? ਤੁਹਾਨੂੰ ਏਡੀ ਤੁਹਾਡੀ ਨੀਤਾ ਮਾੜੀ ਹੋ ਗਈ ਆ, ਤੁਸੀਂ 1000 ਰੁਪਏ PF ਨਹੀਂ ਛੱਡਿਆ ਸਟਾਫ ਦਾ। ਜੀ ਸੁਪ੍ਰੀਤ ਸਿੰਘ ਜੀ, ਤੁਸੀਂ ਇੱਕ ਸਿੱਖ ਐਕਟਿਵਿਸਟ ਹੋ, ਤੁਸੀਂ ਨਾਨ ਪੋਲੀਟੀਕਲ ਪਾਰਟੀ ਤੋਂ, ਕੁਝ ਵੀ ਕਿਸੇ ਵੀ ਪਾਰਟੀ ਨਾਲ ਤੁਹਾਡਾ ਸੰਬੰਧ ਨਹੀਂ ਹੈਗਾ। ਜੋ ਗੱਲਾਂ ਜਸਵੰਤ ਕੌਰ ਨੇ ਕਹੀਆਂ ਨੇ, ਜੋ ਗੱਲਾਂ ਜਸਮੀਤ ਵੀਰ ਜੀ ਨੇ ਕਹੀ ਨੇ, ਇਹ ਕਿੰਨੀਆਂ ਕੁ ਜਸਟੀਫਾਈਡ ਨੇ ਕਿ ਵਾਕਈ ਇੰਨੀ ਪੱਧਰ ਨੀਚੇ ਗਿਰ ਚੁੱਕਾ ਵੇ? ਸਰ ਦੇਖੋ, ਇਹਦੇ ਵਿੱਚ ਕੋਈ ਡਾਊਟ ਵਾਲੀ ਗੱਲ ਨਹੀਂ ਹੈ ਕਿ ਪੱਧਰ ਨੀਵਾ ਗਿਰਿਆ ਹੋਇਆ ਹੈ, ਹੁਣੇ ਵੀ ਗਿਰਿਆ ਹੋਇਆ ਤੇ ਪੁਰਾਣੀ ਕਮੇਟੀ ਵੇਲੇ ਵੀ ਗਿਰਿਆ ਹੋਇਆ ਸੀ। ਬੇਸਿਕਲੀ ਇਹ ਉਹ ਸਟਾਫ ਦਾ ਜਿਹੜਾ ਮੁੱਦਾ ਹੈਗਾ, ਇਸ ਚੀਜ਼ ਨੂੰ ਜਿਸ ਤਰ੍ਹਾਂ ਜਸਵੰਤ ਮੈਡਮ ਨੇ ਦੱਸਿਆ ਕਿ ਸਾਡੇ ਕੋਲ ਬਹੁਤ ਸਾਰੇ ਆਪਸ਼ਨਸ ਹੈਗੇ ਨੇ ਕਿ ਅਸੀਂ ਇੰਪਲੋਇਮੈਂਟ ਜਨਰੇਟ ਕਰ ਸਕਦੇ ਹਾਂ।
ਇਸ ਕਮੇਟੀ ਦਾ ਜਿਹੜਾ ਮੁੱਦਾ ਇੰਪਲੋਇਮੈਂਟ ਜਨਰੇਟ ਕਰਨ ਦਾ ਨਹੀਂ ਹੈਗਾ, ਇਸ ਕਮੇਟੀ ਦਾ ਮੁੱਦਾ ਹੈਗਾ ਕਿਸੇ ਤਰੀਕੇ ਨਾਲ ਪੈਸੇ ਜਨਰੇਟ ਕੀਤੇ ਜਾਣ। ਠੀਕ ਹੈ, ਮੈਡਮ ਨੇ ਦੱਸਿਆ ਕੈਂਟੀਨ ਸਾਡੇ ਕੋਲ ਨੇ, ਸਾਡੇ ਕੋਲ ਟ੍ਰੇਲਰਿੰਗ ਸ਼ਾਪਸ ਨੇ, ਸਾਡੇ ਕੋਲ ਯੂਨੀਫਾਰਮ ਸ਼ਾਪਸ ਨੇ, ਸਾਡੇ ਕੋਲ ਕੋਈ ਪ੍ਰਿੰਟਿੰਗ ਪ੍ਰੈਸ ਵੀ ਹੈਗੀ ਹੈ, ਪਰ ਉਹ ਪ੍ਰਿੰਟਿੰਗ ਪ੍ਰੈਸ ਮਿੱਟੀ ਖਾਂਦੀ ਜਾ ਰਹੀ ਹੈ, ਧੂਲ ਮਿੱਟੀ ਖਾਂਦੀ ਜਾ ਰਹੀ ਹੈ। ਜਿਹੜੇ ਟੇਲਰਿੰਗ ਸ਼ਾਪ ਦੇ ਠੇਕੇ ਨੇ ਜਾਂ ਕੈਂਟੀਨ ਦੇ ਠੇਕੇ ਹੈਗੇ ਨੇ, ਉਹ ਜਿਹੜੇ ਪ੍ਰੈਜ਼ੈਂਟ ਕਮੇਟੀ ਦੇ ਮੈਂਬਰ ਨੇ ਜਾਂ ਚੇਅਰਮੈਨ ਨੇ, ਉਹਨਾਂ ਦੇ ਨੀਅਰਸ ਐਂਡ ਡੀਅਰਸ ਨੂੰ ਦਿੱਤੇ ਜਾਂਦੇ ਆ, ਤੇ ਉਹਨਾਂ ਦੇ ਠੇਕੇ ਦੀ ਬਹੁਤ ਵੱਡੀ ਕਮਿਸ਼ਨ ਉਹਨਾਂ ਮੈਂਬਰਸ ਨੂੰ ਮਿਲਦੀ ਹੈਗੀ ਹੈ। ਤੇ ਉਹ ਜਿਹੜੇ ਮੈਂਬਰਸ ਜਿਹੜਾ ਕਮਿਸ਼ਨ ਦੇ ਕੇ ਆਪਣੀ ਸ਼ਾਪ ਚਲਾਏਗਾ ਜਾਂ ਕੈਂਟੀਨ ਚਲਾਏਗਾ, ਉਹ ਡੈਫੀਨੇਟਲੀ ਬਹੁਤ ਹੀ ਹਾਈ ਕਾਸਟ ਦੇ ਉੱਤੇ ਸਮਾਨ ਵੇਚੇਗਾ। ਜਦਕਿ ਹੋਣਾ ਇਹ ਚਾਹੀਦਾ ਸੀ ਕਿ ਜਿਸ ਤਰ੍ਹਾਂ ਸਾਡੇ ਕੋਲ ਐਕਸੈਸਿਵ ਸਟਾਫ ਹੈ, ਓਵਰ ਸਟਾਫ ਹੈਗਾ, ਉਹਨਾਂ ਨੂੰ ਇਹਨਾਂ ਸ਼ਾਪਸ ਦੇ ਉੱਤੇ, ਇਹਨਾਂ ਕੈਂਟੀਨਸ ਦੇ ਉੱਤੇ ਡਿਪਲੋਏ ਕਰਕੇ ਘੱਟ ਤੋਂ ਘੱਟ ਰੇਟ ਦੇ ਉੱਤੇ ਦਿੱਤਾ ਜਾਏ। ਹੁਣੇ ਜੇ ਮੈਂ ਗੱਲ ਕਰਾਂ ਜੇ ਸਕੂਲਸ ਦੇ ਉੱਤੇ, ਮੈਡਮ ਨੇ ਐਗਜ਼ਾਮਪਲ ਦਿੱਤਾ ਡਾਇਲਿਸਿਸ ਸੈਂਟਰ ਦਾ, ਉਹ ਕਿਸੇ ਪ੍ਰਾਈਵੇਟ ਐਨਜੀਓ ਨੇ ਦਿੱਤਾ ਗਿਆ। ਮੁੱਦਾ ਇਹ ਹੈ ਕਿ ਕਿਉਂ ਦਿੱਤਾ ਗਿਆ, ਉਹ ਇਸ ਕਰਕੇ ਦਿੱਤਾ ਗਿਆ ਜਦਕਿ ਬਿਗਰ ਕੁਆਂਟਮ ਆਫ ਦਾ ਮਨੀ ਉਹਦੇ ਵਿੱਚ ਦਿੱਲੀ ਕਮੇਟੀ ਦਾ ਇਨਵੈਸਟ ਹੋਇਆ, ਤੇ ਸ਼ਾਇਦ ਉਹ ਪ੍ਰਾਈਵੇਟ ਐਨਜੀਓ ਨੇ ਤੇ 1.5-2 ਕਰੋੜ ਰੁਪਏ ਇਨਵੈਸਟ ਕੀਤਾ ਹੈਗਾ, ਜਿਹੜਾ ਕਿ ਕਾਰ ਸੇਵਾ ਵਾਲੇ ਬਾਬੇ ਵੀ ਇਨਵੈਸਟ ਕਰ ਸਕਦੇ ਸੀ। ਮੁੱਦਾ ਇਹ ਹੈ ਉਹ ਇਸ ਕਰਕੇ ਦਿੱਤਾ ਗਿਆ ਕਿਉਂਕਿ ਦਿੱਲੀ ਗੁਰਦੁਆਰਾ ਕਮੇਟੀ ਗੁਰਦੁਆਰਾ ਨਿਜ਼ਾਮ ਨੂੰ ਸਾਂਭਣ ਵਾਲੀ ਕਮੇਟੀ ਹੈ। ਉਹਨਾਂ ਦੇ ਕੋਲ ਮੈਡੀਕਲ ਆਪਰੇਸ਼ਨਸ ਚਲਾਉਣ ਦੇ ਲਈ, ਅਕੈਡਮਿਕ ਇੰਸਟੀਚਿਊਟ ਨੂੰ ਚਲਾਉਣ ਦੀ ਉਹ ਕੈਪੈਸਿਟੀ ਨਹੀਂ ਹੈ, ਜਿਹੜੀ ਕਿ ਪਿਛਲੇ ਕਾਫੀ ਸਾਲਾਂ ਦੇ ਅੰਦਰ ਅਸੀਂ ਦੇਖਿਆ ਉਹ ਮਾਡਲ ਫੇਲ ਹੋ ਚੁੱਕਿਆ ਹੈਗਾ। ਭਾਵੇਂ ਹਸਪੀਟਲਸ ਹੋਏ, ਭਾਵੇਂ ਡਿਸਪੈਂਸਰੀਜ਼ ਹੋਣ, ਭਾਵੇਂ ਮੈਡੀਕਲ ਕਾਲਜ ਹੋਏ, ਸਕੂਲ ਹੋਏ, ਇੰਸਟੀਚਿਊਟਸ ਹੋਣ, ਇਹਨਾਂ ਨੂੰ ਚਲਾਉਣ ਵਾਸਤੇ ਇੱਕ ਐਕਸਪਰਟਸ, ਜਿਹੜੇ ਰੈਲੇਵੈਂਟ ਐਕਸਪਰਟਸ ਨੇ, ਉਸ ਫੀਲਡ ਦੇ ਐਕਸਪਰਟਸ ਹੈਗੇ ਨੇ, ਉਹਨਾਂ ਦੀ ਐਡਵਾਈਜ਼ਰੀ ਕਮੇਟੀ ਹੋਣੀ ਚਾਹੀਦੀ ਹੈ, ਉਹਨਾਂ ਦੀ ਗਵਰਨੈਂਸ ਦੀ ਬਾਡੀ ਹੋਣੀ ਚਾਹੀਦੀ ਹੈ। ਭਾਵੇਂ ਹਸਪੀਟਲ ਹੈ, ਭਾਵੇਂ ਸਕੂਲ ਸੀ ਕਿਉਂ ਨਹੀਂ ਹੈਗੇ। ਤੇ ਮੈਂ ਤੇ ਇਹ ਸੁਜੈਸਟ ਕਰਨਾ ਚਾਹਾਂਗਾ ਦਿੱਲੀ ਦੇ ਸੰਗਤ ਨੂੰ ਵੀ, ਜਿਹੜੇ ਇਸ ਇੰਟਰਵਿਊ ਨੂੰ ਦੇਖ ਰਹੇ ਨੇ, ਇਸ ਲਾਈਵ ਡਿਬੇਟ ਨੂੰ ਦੇਖ ਰਹੇ ਨੇ, ਤੇ ਜਿਹੜੀ ਭਾਵੇਂ ਕੋਈ ਵੀ ਕਮੇਟੀ ਆਏ ਅੱਗੇ, ਕੋਈ ਵੀ ਪੋਲੀਟੀਕਲ ਪਾਰਟੀ ਹੈ, ਮੇਰਾ ਉਹਦੇ ਨਾਲ ਕੋਈ ਸੰਬੰਧ ਨਹੀਂ ਹੈ, ਪਰ ਬੇਸਿਕਲੀ ਇਸ ਸਿਸਟਮ ਦੇ ਅੰਦਰ ਅਸੀਂ ਅਨਪੜ੍ਹ ਗਵਾਰ ਚੇਅਰਮੈਨ ਜਾਂ ਅਨਪੜ੍ਹ ਗਵਾਰ ਮੈਨੇਜਰਸ ਨੂੰ ਸਕੂਲਸ ਤੇ ਇੰਸਟੀਚਿਊਟ ਦੀ ਜ਼ਿੰਮੇਵਾਰੀ ਦੇ ਦਿੰਦੇ ਆ। ਇਸ ਚੀਜ਼ ਨੂੰ ਰੋਕਿਆ ਜਾਏ ਤੇ ਇਹਨਾਂ ਦੀ ਜਿਹੜੀ ਗਵਰਨੈਂਸ ਬਾਡੀ ਹੈਗੀ ਹੈ ਉਹ ਐਜੂਕੇਸ਼ਨਿਸਟ ਦੇ ਹੱਥ ਅੰਦਰ ਦਿੱਤੀ ਜਾਏ। ਜਿਹੜੇ ਰੈਲੀਵੈਂਟ ਫੀਲਡਸ ਦੇ ਰੈਲੀਵੈਂਟ ਐਕਸਪਰਟਸ ਹੈਗੇ ਨੇ, ਉਹ ਸਕੂਲਸ ਨੂੰ ਚਲਾਉਣ, ਉਹਦੀ ਗਵਰਨਿੰਗ ਬਾਡੀ ਉਹ ਬਣਾਉਣ। ਅਦਰਵਾਈਜ਼ ਇਹਦਾ ਕੋਈ ਸੋਲੂਸ਼ਨ ਨਹੀਂ ਹੋਏਗਾ। ਜਿਹੜੀ ਨੈਕਸਟ ਕਮੇਟੀ ਆਏਗੀ ਉਹਦੇ ਦੇ ਉੱਤੇ ਹੋਰ ਬਰਡਨ ਵੱਧਦਾ ਜਾਏਗਾ, ਹੋਰ ਓਵਰ ਸਟਾਫਿੰਗ ਵਧਦੀ ਜਾਏਗੀ, ਤੇ ਜਿਹੜੇ ਪਿਛਲੇ 11-12 ਸਾਲ ਤੋਂ ਹੈ ਜਿਹੜੇ ਟੀਚਰਸ ਜਾਂ ਹੋਰ ਸਟਾਫ ਜਿਹੜੇ ਆਪਣੀ ਸੈਲਰੀਜ਼ ਨੂੰ ਦੇਖ ਰਹੇ ਨੇ, ਪੀਐਫ ਕੱਟ ਰਹੇ ਨੇ, ਉਹਨਾਂ ਦਾ ਹੋਰ ਵੀ ਵੱਡਾ ਨੁਕਸਾਨ ਹੁੰਦਾ ਜਾਏਗਾ, ਤੇ ਜਿਹੜੀ ਦਿੱਲੀ ਗੁਰਦੁਆਰਾ ਕਮੇਟੀ ਹੈ ਉਹ ਹੋਰ ਨੈਗੇਟਿਵ ਬਜਟ ਦੇ ਅੰਦਰ ਜਾਂਦੀ ਜਾਏਗੀ। ਜੀ ਜਸਮੀਤ ਵੀਰ ਜੀ, ਤੁਸੀਂ ਕੁਝ ਕਹਿ ਰਹੇ ਸੀਗੇ। ਮੇਰੇ ਵੀਰ ਬਾਰ-ਬਾਰ ਪਿਛਲੀ ਗੱਲਾਂ ਕਰਦੇ ਆ, ਪਿਛਲੀ ਕਮੇਟੀ, ਸ਼ਾਇਦ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਪਿਛਲੀ ਕਮੇਟੀ ਦੇਖੋ ਹੋ ਜਾਂਦੀ ਹੈ, ਮੈਂ ਪਹਿਲੇ ਵੀ ਕਹਿ ਚੁੱਕਾ, ਥੋੜੀ ਬਹੁਤ ਗਲਤੀ ਹੋ ਜਾਂਦੀ ਹੈ। ਪਿਛਲੀ ਕਮੇਟੀ ਕਾਲਜ ਸਕੂਲ ਚਲਾ ਰਹੀ ਸੀਗੀ ਬਿਲਕੁਲ ਠੰਗ ਨਾਲ, 13 ਸਕੂਲ ਸੀਗੇ, ਸਕੂਲ ਚੱਲ ਵੀ ਰਹੇ ਸੀਗੇ, ਸਟਾਫ ਨੂੰ ਤਨਖਾਹ ਵੀ ਜਾ ਰਹੀ ਸੀਗੀ, ਪਹਿਲੀ ਤਰੀਕ ਦੇ ਸਟਾਫ ਦੇ ਅਕਾਊਂਟ ਦੇ ਵਿੱਚ ਤਨਖਾਹ ਹੁੰਦੀ ਸੀਗੀ। ਮੈਂ ਸੁਪ੍ਰੀਤ ਵੀਰ ਜੀ ਨੂੰ ਪੁੱਛਣਾ ਵਾ ਕਿ ਕਦੀ ਐਵੇਂ ਰਕਾਬਗੰਜ ਆਏ ਸੀਗੇ ਪਿਛਲੇ 13 ਸਾਲ ਦੇ ਇੰਤਜ਼ਾਮ ਦੇ ਅੰਦਰ ਕਿ ਸਟਾਫ ਨੂੰ ਮੈਂ ਦੇਖਾ, ਸਟਾਫ ਨੂੰ ਤਨਖਾਹ ਵਾਸਤੇ ਸਟਾਫ ਰਕਾਬਗੰਜ ਆ ਰਿਹਾ, ਮੈਂ ਚਾਹਵਾਂ ਕਿ ਐਵੇਂ ਇਹ ਆਏ ਸੀਗੇ। ਸਭ ਤੋਂ ਸਵਾਲ ਹੈ ਖੜਾ ਕਰਨਾ। ਕਿੱਥੇ ਰਹੀ ਹਸਪੀਟਲ ਦੀ ਗੱਲ? ਅੱਜ ਹਰ ਜਥੇਬੰਦੀ ਜਿਹੜੀ ਬਾਦਲ ਦਲ ਨੂੰ ਛੱਡ ਕੇ, ਬਾਦਲ ਦਲ ਦੇ ਈਵਨ ਕਿ ਬਾਦਲ ਦਲ ਦੇ ਮੈਂਬਰਾਂ ਨੇ ਵੀ ਜਿਹੜਾ ਛੱਡ ਚੁੱਕਿਆ, ਉਹ ਅੱਜ ਇਹ ਕਹਿ ਰਹੇ ਆ ਕੁਰਸੀ ਤੋਂ ਥੱਲੇ ਲੈ ਕੇ ਕਿ ਜਿਹੜਾ ਹਸਪਤਾਲ ਸੀਗਾ ਉਹ ਸਰਨਾ ਸਾਹਿਬ ਬਿਲਕੁਲ ਠੀਕ ਤਰੀਕੇ ਨਾਲ ਬਣਾ ਰਹੇ ਸੀਗੇ। ਅੱਜ ਉਹ ਹਸਪਤਾਲ ਦੇ ਨਾਲ ਇਹਨਾਂ ਨੇ ਹਸਪਤਾਲ ਤੇ ਬਰਬਾਦ ਕੀਤਾ, ਬਿਲਡਿੰਗ ਬਰਬਾਦ ਕੀਤੀ, ਬਾਬਾ ਹਰਮਨ ਸਿੰਘ ਕਾਰ ਸੇਵਾ ਦਾ ਜਿਹੜਾ ਸੁਪਨਾ ਸੀਗਾ ਬਰਬਾਦ ਕੀਤਾ। ਉਹਦੇ ਨਾਲ ਕਿੰਨੇ ਬੱਚਿਆਂ ਨੂੰ ਜੌਬ ਮਿਲਣੀ ਸੀ, ਕਿੰਨੇ ਬੱਚਿਆਂ ਨੂੰ ਉਹਨਾਂ ਦਾ ਫਿਊਚਰ ਬਣਨੇ ਦਾ, ਕਿੰਨਾ ਪਰਿਵਾਰਾਂ ਦਾ ਇਹਨਾਂ ਨੇ ਨੁਕਸਾਨ ਕੀਤਾ। ਜਿਹੜੇ ਅੱਜ ਕੋਵਿਡ ਦੇ ਵਿੱਚ ਨਾ ਇਲਾਜ ਕਰਾ ਪਏ, ਜਿਹੜੇ ਸਾਡੇ ਲੋੜਵੰਦ ਪਰਿਵਾਰ ਸੀਗੇ, ਅੱਜ ਅਗਰ ਉੱਥੇ ਜਾਂਦੇ ਤੇ ਸ਼ਾਇਦ ਠੀਕ ਹੋ ਕੇ ਆਪਣੇ ਘਰ ਵੀ ਜਾ ਸਕਦੇ ਸੀਗੇ। ਜਿਹੜੇ ਮਹਿੰਗੇ ਇਲਾਜ ਨਹੀਂ ਕਰਾ ਸਕਦੇ, ਉਹ ਉੱਥੇ ਐਡਮਿਟ ਹੋ ਕੇ ਆਪਣੇ ਆਪ ਨੂੰ ਠੀਕ ਕਰਾ ਆਪਣੇ ਪਰਿਵਾਰ ਦੇ ਨਾਲ ਹੁੰਦੇ। ਸਾਡਾ ਮੁੱਦਾ ਅੱਜ ਸਕੂਲ ਦਾ ਹੈ। ਅੱਜ ਮੈਂ ਕਹਿਣਾ ਚਾਹਾਂਗਾ ਕਿ ਅੱਜ ਜਿਹੜੀ ਸਾਡੀ ਮੈਨੇਜਮੈਂਟ ਹੈ, ਇਹ ਗੱਲ ਹੋ ਰਹੀ ਹੈ ਮੈਨੇਜਮੈਂਟ ਚਲਾਉਣ ਦੀ। ਮੈਨੇਜਮੈਂਟ ਬਿਲਕੁਲ ਠੀਕ ਤਰੀਕੇ ਨਾਲ ਚੱਲ ਸਕਦੀ ਹੈ ਅਗਰ ਅਸੀਂ ਆਪਣੀ ਜੇਬ ਦੇ ਅੰਦਰ ਆਪਣਾ ਜਿਹੜਾ ਸਮਾਨ ਹੈ ਸਾਂਭ ਕੇ ਰੱਖਾਂਗੇ ਨਾ, ਥੱਲੇ ਫੱਟੀ ਨਹੀਂ ਹੋਏਗੀ, ਤਾਂ ਬਿਲਕੁਲ ਠੀਕ ਚੱਲੇਗੀ। ਅਸੀਂ ਆਪਣਾ ਸਮਾਨ ਜੇਬ ਦੇ ਅੰਦਰ ਸਾਂਭ ਸਕਦੇ ਹਾਂ। ਸਾਡੇ ਸਕੂਲ ਸੀਗੇ, ਅਸੀਂ ਹੀ ਸਾਂਭਣੇ ਸੀਗੇ, ਕਿਸੇ ਨੇ ਬਾਹਰਲੇ ਨੇ ਆ ਕੇ ਸਕੂਲ ਨਹੀਂ ਸਾਂਭਣੇ ਸੀਗੇ, ਅਸੀਂ ਹੀ ਸਾਂਭਣੇ ਸੀਗੇ। ਇਸ ਸਕੂਲ ਨੂੰ ਸੰਭਾਲਣ ਵਾਸਤੇ ਨੀਅਤ ਹੋਣੀ ਚਾਹੀਦੀ ਸੀਗੀ, ਇਸ ਸਕੂਲ ਨੂੰ ਸੰਭਾਲਣ ਵਾਸਤੇ ਮੈਨੇਜਮੈਂਟ ਹੋਣੀ ਚਾਹੀਦੀ ਸੀਗੀ, ਇਸ ਸਕੂਲ ਨੂੰ ਚਲਾਉਣ ਵਾਸਤੇ ਐਜੂਕੇਸ਼ਨਲ ਸੋਚ ਹੋਣੀ ਚਾਹੀਦੀ ਸੀਗੀ, ਇਸ ਸਕੂਲ ਨੂੰ ਚਲਾਉਣ ਵਾਸਤੇ ਬਿਜ਼ਨਸ ਵਾਲੀ ਸੋਚ ਹੋਣੀ ਚਾਹੀਦੀ, ਨਾ ਕਿ ਕਬਜ਼ੇ ਵਾਲੀ ਸੋਚ ਹੋਣੀ ਚਾਹੀਦੀ ਸੀਗੀ। ਇਹਨਾਂ ਦੀ ਸੋਚ ਇਹ ਰਹੀ ਕਿ ਅਸੀਂ ਅੱਜ ਮੈਂ ਤੁਹਾਨੂੰ ਕਹਿੰਦਾ ਇਹਨਾਂ ਦੀ ਸੋਚ ਇਹ ਹੈਗੀ ਹੈ ਕਿ ਜਿਹੜਾ ਦਿੱਲੀ ਕਮੇਟੀ ਦਾ ਫੰਡ ਹੈ, ਗੁਰੂ ਘਰ ਦੀ ਗੋਲਕ ਹੈ, ਜਿਹੜਾ ਸਾਡਾ ਸਿੱਖ ਕੌਮ ਦਾ ਦਸਵੰਧ ਹੈ, ਅੱਜ ਉਹ ਸਿਰਸਾ ਦੇ ਪ੍ਰਚਾਰ ਦੇ ਵਿੱਚ ਉੱਥੇ ਖਰਚ ਹੋ ਰਿਹਾ। 40 ਤੋਂ 45 ਲੱਖ ਰੁਪਈਆ ਮਹੀਨੇ ਦਾ ਅੱਜ ਸਿਰਸਾ ਸਾਹਿਬ ਖਰਚ ਕਰ ਰਹੇ ਆ ਆਪਣੇ ਆਪ ਦੇ ਪ੍ਰਚਾਰ ਵਾਸਤੇ। ਅੱਜ ਅਸੀਂ ਸਟਾਫ ਨੂੰ ਕਿਉਂ ਨਹੀਂ ਤਨਖਾਹ ਦੇ ਰਹੇ? ਅਗਰ 40-42 ਕਰੋੜ ਰੁਪਈਆ ਕੋਰੋਨਾ ਕਾਲ ਦੇ ਵਿੱਚ ਆਇਆ ਸੀ, ਸਟਾਫ ਨੂੰ ਕਿਉਂ ਨਹੀਂ ਦਿੱਤਾ ਗਿਆ? ਲੰਗਰ ਅੱਜ ਹਰ ਜਥੇਬੰਦੀ ਨੇ ਲੰਗਰ ਲਾਇਆ ਹੋਇਆ। ਅੱਜ ਕਿਸਾਨਾਂ ਦੇ ਜਿਹੜਾ ਪ੍ਰੋਟੈਸਟ ਚੱਲ ਰਿਹਾ ਉੱਥੇ ਹਰ ਜਥੇਬੰਦੀ ਨੇ ਲੰਗਰ ਲਾਇਆ ਹੋਇਆ। ਕੋਈ ਇੰਨਾ
ਉੱਚੀ ਉੱਚੀ ਹੋਕੇ ਮਾਰ ਰਿਹਾ। ਸੇਵਾ ਕਰਨੀ ਹੈ ਤੂੰ ਇਹਦੇ ਕੋਲ ਪੁੱਛੋ ਸੇਵਾ ਦਾ ਮਤਲਬ ਪਤਾ ਤੈਨੂੰ? ਗੁਰੂ ਨਾਨਕ ਦੇ ਲੰਗਰ ਨੂੰ ਪ੍ਰਚਾਰ ਦੀ ਲੋੜ ਨਹੀਂ ਹੈ। ਇਹ 550 ਸਾਲਾਂ ਤੋਂ ਲੰਗਰ ਚੱਲਦਾ ਆ ਰਿਹਾ, 20 ਰੁਪਏ ਦਾ ਲੰਗਰ, ਇਹਨੂੰ ਪ੍ਰਚਾਰ ਦੀ ਲੋੜ ਨਹੀਂ ਹੈ। ਅੱਜ ਜਿਹੜਾ ਛੋਟਾ ਵੀ ਸਿੱਖ ਹੈ ਨਾ, ਆਪਣੇ ਸ਼ਰਧਾ ਦੇ ਹਿਸਾਬ ਨਾਲ ਲੰਗਰ ਲਾਉਂਦਾ ਹੈ। ਸਾਨੂੰ ਕਿਸ ਚੀਜ਼ ਦੀ ਲੋੜ ਹੈ? ਸਾਨੂੰ ਲੋੜ ਹੈ ਐਜੂਕੇਸ਼ਨ ਦੀ। ਸਾਨੂੰ ਲੋੜ ਹੈ ਜਿਹੜੇ ਸਾਡੇ ਗਰੀਬ ਪਰਿਵਾਰ ਨੇ ਜਾਂ ਸਾਡੇ ਜਿਹੜੇ ਲੋੜਵੰਦ ਪਰਿਵਾਰ ਨੇ, ਉਹਨਾਂ ਨੂੰ ਆਪਾਂ ਅੱਗੇ ਕਿਵੇਂ ਲੈ ਕੇ ਆਉਣਾ ਹੈ। ਜਿਹੜੇ ਬੱਚੇ ਅੱਜ ਨਹੀਂ ਪੈਸਾ ਖਰਚ ਕੇ ਪੜ੍ਹ ਸਕਦੇ ਪਰ ਉਹਨਾਂ ਦਾ ਪੜ੍ਹਨ ਦਾ ਮਨ ਹੈਗਾ, ਉਹਨਾਂ ਨੂੰ ਆਪਾਂ ਕਿਵੇਂ ਪੜ੍ਹਾਉਣਾ ਹੈ, ਪਰ ਇਹਨਾਂ ਦੀ ਸੋਚ ਹੈ ਹੀ ਨਹੀਂ। ਇਹਨਾਂ ਦੀ ਸੋਚ ਹੈਗੀ ਹੈ ਕਿ ਅਸੀਂ ਫੇਸਬੁੱਕ ਤੇ ਆ ਕੇ, YouTube ਤੇ ਆ ਕੇ ਜਾਂ ਵੱਡੇ ਤਮਗੇ ਮਾਰ ਕੇ ਆਪਾਂ ਆਪਣੇ ਆਪ ਨੂੰ ਕਿਵੇਂ ਚਮਕਾਉਣਾ। ਇਹਨਾਂ ਦੀ ਸੋਚ ਇੱਥੇ ਤੱਕ ਹੀ ਸੀਮਿਤ ਰਹਿ ਗਈ ਹੈ। ਇਹ ਗੁਰੂ ਘਰ ਦੀ ਗੋਲਕ ਕਿਵੇਂ ਲੁੱਟਣੀ ਹੈ, ਇੱਥੇ ਤੱਕ ਹੀ ਸੀਮਿਤ ਰਹਿ ਗਈ ਜੀ। ਜਸਵੰਤ ਕੌਰ ਜੀ, ਇਹ ਹੁਣ ਤੱਕ ਕਿੰਨੀ ਕੁ ਦੇਣਦਾਰੀ ਬਣਦੀ ਹੈ? ਕਹਿਣ ਨੂੰ ਵੀ ਸ਼ਰਮ ਆਉਂਦੀ ਹੈ ਕਿ ਦੇਣਦਾਰੀ ਅਸੀਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਨਾਮ ਤੇ ਗਈ ਹੈ, ਫਿਰ ਵੀ ਸਾਨੂੰ ਕਹਿਣਾ ਪੈ ਰਿਹਾ ਕਿ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਆਪਣੀ ਸਟਾਫ ਨੂੰ ਲੈ ਕੇ ਕਿੰਨੀ ਕੁ ਦੇਣਦਾਰੀ ਬਣਦੀ ਹੈ? ਕਿੰਨਾ ਕੁ ਰਕਮ ਪੈਸਾ ਇਹਨਾਂ ਨੇ ਤੁਹਾਡਾ ਦੇਣਾ? ਸਰ, ਮੈਂ ਤੁਹਾਡੀ ਗੱਲ ਦਾ ਜਵਾਬ ਦੇਵਾਂ ਉਹ ਤੋਂ ਪਹਿਲਾਂ ਪ੍ਰੀਤਮ ਸਰ ਦੇ ਜਸਮੀਤ ਸਰ ਦੀ ਗੱਲ ਦੇ ਉੱਤੇ ਮੈਂ ਥੋੜਾ ਜਿਹਾ ਹੋਰ ਉਹਨੂੰ ਐਨਹਾਂਸ ਕਰਨਾ ਚਾਹੂੰਗੀ ਕਿ SGPC ਪਿੱਛੇ ਮੈਂ ਪੰਜਾਬ ਗਈ ਮੰਮੀ ਨੂੰ ਮਿਲਣ ਵਾਸਤੇ ਤੇ ਟੀਚਰੀ ਬਾਰਡਰ ਦੇ ਥਰੂ ਗਈ ਔਰ 3 ਸਟਾਲ SGPC ਦੇ ਲੱਗੇ ਨੇ ਜਿੱਥੇ ਲੰਗਰ ਚੱਲ ਰਿਹਾ ਬਕਾਇਦਾ, ਔਰ ਕਦੇ ਮੈਂ ਉਹਨਾਂ ਦੀ ਐਡ ਨਹੀਂ ਦੇਖੀ। SGPC ਵੀ ਬਾਦਲਾਂ ਦੀ ਹੈ, DSGMC ਵੀ ਬਾਦਲਾਂ ਦੀ ਹੈ, ਲੇਕਿਨ ਉਹਨਾਂ ਦੇ ਕਦੇ ਪ੍ਰਚਾਰ ਨਹੀਂ ਦੇਖਿਆ। ਇੱਥੇ ਕਿਉਂ ਲੋੜ ਪੈ ਰਹੀ ਹੈ? ਕਿਉਂਕਿ ਇਲੈਕਸ਼ਨ ਆ ਰਹੇ ਨੇ। ਹੁਣ ਦੂਸਰੀ ਚੀਜ਼ ਕਿ ਹਾਂ ਕਿੰਨੀ ਦੇਣਦਾਰੀ ਬਚਦੀ ਹੈ। ਸਰ, 7.5 CR ਦੇ ਆਸ-ਪਾਸ 12 ਸਕੂਲ ਦੀ 1 ਮਹੀਨੇ ਦੀ ਸੈਲਰੀ ਹੈ ਤੇ 49% ਰਿਲੀਜ਼ ਹੋ ਰਹੀ ਹੈ। ਤੁਸੀਂ ਆਪ ਹਿਸਾਬ ਲਾ ਸਕਦੇ ਹੋ, 3.75 ਦੇ ਆਸ-ਪਾਸ ਪਰ ਮੰਥ ਦੀ ਦੇਣਦਾਰੀ ਇਹਨਾਂ ਦੇ ਉੱਤੇ ਚੜ ਰਹੀ ਹੈ। ਤੇ ਜੇ ਇਹਨੂੰ ਤੁਸੀਂ ਕਾਊਂਟ ਕਰੋਗੇ 45 ਕਰੋੜ ਦੇ ਆਸ-ਪਾਸ ਦੇਣਦਾਰੀ ਇਹਨਾਂ ਦੇ ਉੱਤੇ ਚੜ ਚੁੱਕੀ ਹੈ ਹੁਣ ਤੱਕ। ਔਰ ਇਸ ਤੋਂ ਇਲਾਵਾ ਜਿਹੜੇ ਰਿਟਾਇਰ ਹੋ ਗਏ ਨੇ 10 to 15 CR ਦੇ ਆਸ-ਪਾਸ ਉਹਨਾਂ ਦੀ ਦੇਣਦਾਰੀ ਹੈ। ਇਹ ਸਿਰਫ 6th ਪੇ ਕਮਿਸ਼ਨ ਦੇ ਹਿਸਾਬ ਦੀ ਗੱਲ ਕਰ ਰਹੀ ਹਾਂ। ਔਰ 7th ਪੇ ਕਮਿਸ਼ਨ 2016 ਦੇ ਵਿੱਚ ਇੰਪਲੀਮੈਂਟ ਹੋ ਗਿਆ ਸੀ ਔਰ ਸਾਡੇ ਸਕੂਲਾਂ 'ਚ ਅਜੇ ਤੱਕ ਨਹੀਂ ਲੱਗਿਆ। ਉਹ ਦੇਣਦਾਰੀ ਅੱਡ ਚੱਲ ਰਹੀ ਹੈ। ਉਹ ਜਿੱਦਣ ਇੰਪਲੀਮੈਂਟ ਹੋਇਆ ਸਾਰਾ ਏਰੀਆ ਸਾਰਾ ਨਾਲ ਦੁਬਾਰਾ ਜੁੜ ਜਾਣਾ ਆ ਔਰ ਫਿਰ ਦੁਬਾਰਾ ਇਹੀ ਏਰੀਆ ਦਾ ਸਿਆਪਾ ਔਰ ਇਹੀ ਸਾਰੀ ਚੀਜ਼ਾਂ। ਮਤਲਬ ਥੋੜਾ ਜਿਹਾ ਮੈਂ ਜਸਮੀਤ ਸਰ ਨੂੰ ਰਿਲੈਕਸ ਕਰਦੀ ਹਾਂ ਕਿ ਸਰਨਾ ਸਾਹਿਬ ਦੇ ਟਾਈਮ ਤੇ ਸਾਨੂੰ ਕਦੇ DA ਵਾਸਤੇ ਬੋਲਣਾ ਨਹੀਂ ਪਿਆ ਸੀ। ਜਦੋਂ ਗਵਰਨਮੈਂਟ ਦਾ DA ਅਨਾਉਂਸ ਹੁੰਦਾ ਸੀ ਸੇਮ ਡੇ ਸਾਡਾ DA ਉਸੇ ਮਹੀਨੇ ਲੱਗ ਕੇ ਔਰ ਪਿਛਲਾ ਏਰੀਆ ਨਾਲ ਮਿਲ ਜਾਂਦਾ ਸੀ। 2-3 ਮਹੀਨੇ ਦਾ ਜੋ ਵੀ ਏਰੀਆ ਹੁੰਦਾ ਸੀ, ਸਾਨੂੰ ਕਦੇ ਏਰੀਆ ਦੇ ਵਾਸਤੇ ਨਹੀਂ ਬੋਲਣਾ ਪਿਆ। 2014 ਤੋਂ ਜਦੋਂ ਤੋਂ ਪੇ ਕਮਿਸ਼ਨ ਲੱਗਿਆ ਹੈ ਹਰ ਵਾਰੀ ਏਰੀਆ ਵਾਸਤੇ ਸਾਨੂੰ ਐਪਲੀਕੇਸ਼ਨ ਦੇਣੀ ਪਈ ਹੈ, ਸੌਰੀ DA ਵਾਸਤੇ। ਔਰ ਹੁਣ ਤਾਂ ਜਿਹੜਾ DA ਚੱਲ ਰਿਹਾ 2018 ਜੁਲਾਈ ਦਾ DA ਚੱਲ ਰਿਹਾ ਹੈ। ਤੁਸੀਂ ਹਿਸਾਬ ਲਾ ਸਕਦੇ ਹੋ 19 ਦੇ ਦੋਨੋਂ DA ਸਾਨੂੰ ਪੈਂਡਿੰਗ ਚੱਲ ਰਹੇ ਨੇ। ਉਹਦਾ ਜੇ ਏਰੀਆ ਬਣਾਵਾ ਇੱਕ ਇੰਪਲੋਈ ਦਾ 50-50 ਹਜ਼ਾਰ ਤਾਂ ਉਹ ਏਰੀਆ ਬਣਿਆ ਬੈਠਾ ਹੈ। ਕਿੱਥੋਂ ਤੱਕ ਅਸੀਂ ਇਹ ਦੇਣਦਾਰੀ, ਸਿਰਫ ਇਹ ਦੇਣਦਾਰੀ 7th ਪੇ ਕਮਿਸ਼ਨ ਦੀ ਨਹੀਂ, ਆ ਏਰੀਆ ਦੀ ਵੀ ਦੇਣਦਾਰੀ ਨਾਲ ਐਡ ਹੋ ਰਹੀ ਹੈ। ਜੇਕਰ ਅਸੀਂ ਸ਼ਾਰਟ ਗੱਲ ਕਰੀਏ ਤਾਂ ਹੁਣ ਤੱਕ ਅਰਾਊਂਡ 100 ਕਰੋੜ ਦੀ ਦੇਣਦਾਰੀ ਹੈ ਆਰਾਮ ਨਾਲ ਸਰ। ਤੇ 50 ਤੋਂ 60 ਦੇ ਵਿੱਚ ਤਾਂ 80 ਹੋ ਗਈ ਸਿਰਫ ਕੋਵਿਡ ਦੇ ਪੀਰੀਅਡ ਦੀ, ਉਹ ਵੀ 6th ਪੇ ਕਮਿਸ਼ਨ ਦੇ ਹਿਸਾਬ ਨਾਲ। ਜਸਮੀਤ ਸਿੰਘ ਕੋਈ ਰੋਡ ਮੈਪ ਨਹੀਂ ਹੈ ਸਰ, ਕਿਵੇਂ ਦੇਣੀ ਹੈ, ਕੋਈ ਰੋਡ ਮੈਪ ਨਹੀਂ ਹੈ। ਜਸਮੀਤ ਸਿੰਘ ਜੀ, ਇਹ ਕਿਉਂ ਰੋਡ ਮੈਪ ਦੀ ਗੱਲ ਕੀਤੀ ਤੇ ਮੈਂ ਆਪਣੇ ਦਰਸ਼ਕਾਂ ਨੂੰ ਕਹਿੰਦਾ ਚਲਾਂ ਕਿ ਅਸੀਂ ਜਿਹੜੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਪੜ੍ਹੇ ਲਿਖੇ ਬੱਚੇ ਨੇ ਜਿਹੜੇ ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਚੰਗੀ ਥਾਂ ਤੇ ਸੈੱਟ ਨੇ, ਉਹਨਾਂ ਦੇ ਆਪਣੇ ਕਾਰੋਬਾਰ ਨੇ ਜਾਂ ਸਰਵਿਸ ਕਰ ਰਹੇ ਨੇ, ਉਹਨਾਂ ਨਾਲ ਜਦੋਂ ਅਸੀਂ ਇਹ ਮੁੱਦਾ ਛੇੜਿਆ ਸੀਗਾ, ਉਹਨਾਂ ਨੇ ਇਸ ਮੁੱਦੇ ਨੂੰ ਵੇਖਿਆ ਸੀਗਾ ਕਿ ਇਸ ਤਰ੍ਹਾਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦਾ ਪੱਧਰ ਡਿੱਗਦਾ ਚੱਲਦਾ ਜਾ ਰਿਹਾ ਹੈ, ਤਾਂ ਉਹਨਾਂ ਨੇ ਇੱਕ ਰੋਡ ਮੈਪ ਬਣਾ ਕੇ ਦਿੱਤਾ ਸੀਗਾ। ਉਸ ਰੋਡ ਮੈਪ ਨੂੰ ਅਸੀਂ ਕਾਲਕਾ ਜੀ ਤੱਕ ਪਹੁੰਚਾਇਆ ਸੀਗਾ, ਜਿਹੜੀ ਕਿ ਉਹਨਾਂ ਨੇ ਸਾਡੇ ਪ੍ਰੋਗਰਾਮ ਤੇ ਮੰਨਿਆ ਵੀ ਸੀਗਾ ਕਿ ਉਹ ਰੋਡ ਮੈਪ ਉਹਨਾਂ ਨੂੰ ਮਿਲਿਆ ਹੈ। ਪਰ ਹਾਲੇ ਤੱਕ ਉਹਨਾਂ ਨੇ ਉਸ ਰੋਡ ਮੈਪ ਤੇ ਕੋਈ ਵੀ ਨਹੀਂ ਕੀਤੀ, ਕੋਈ ਵੀ ਕੋਸ਼ਿਸ਼ ਨਹੀਂ ਕੀਤੀ ਕਿ ਉਸ ਰੋਡ ਮੈਪ ਨੂੰ ਪੜ੍ਹ ਕੇ ਕੁਝ ਉਸ ਤੇ ਅੱਗੇ ਕੰਮ ਕੀਤਾ ਜਾਏ ਤੇ ਸਕੂਲਾਂ ਦਾ ਤੇ ਸਟਾਫ ਦਾ ਜਿਹੜਾ ਪੱਧਰ ਹੈ ਉਹਨੂੰ ਉੱਤੇ ਚੁੱਕਿਆ ਜਾਵੇ। ਇਹ ਗੱਲ ਆਲਮੋਸਟ 1.5 ਸਾਲ ਪੁਰਾਣੀ ਹੋ ਗਈ ਹੈ, ਪਰ ਉਹਨਾਂ ਨੇ ਕੋਈ ਵੀ 1.5 ਸਾਲ ਪੁਰਾਣੀ ਹੈ, ਉਹਨਾਂ ਨੇ ਹਾਲੇ ਤੱਕ ਇਸ ਉੱਤੇ ਕੋਈ ਵੀ ਐਕਸ਼ਨ ਨਹੀਂ ਲਿਆ। ਜਿਹੜਾ ਰੋਡ ਮੈਪ ਸਕੂਲ ਦੇ ਪੜ੍ਹੇ ਹੋਏ ਬੱਚਿਆਂ ਨੇ ਹੀ ਬਣਾ ਕੇ ਸਾਡੇ ਥਰੂ ਉਹਨਾਂ ਤੇ ਪਹੁੰਚਾਇਆ ਸੀਗਾ, ਉਹਨਾਂ ਨੇ ਬਿਲਕੁਲ ਉਹਨੂੰ ਡਰਾਅਰ ਦੇ ਵਿੱਚ ਬੰਦ ਕਰਕੇ ਰੱਖਤਾ ਵੇ। ਤੇ ਜਿਹੜੀ ਕਮੇਟੀ ਹੋਣ ਵਾਲੇ ਕੰਮ ਨੇ ਉਹਨਾਂ ਨੂੰ ਵੀ ਉਹ ਡਰਾਅਰ ਦੇ ਵਿੱਚ ਬੰਦ ਕਰਕੇ ਰੱਖਦੇ ਤਾਂ ਉਹ ਬਾਕੀ ਦੇ ਕੰਮ ਕਿਸ ਤਰ੍ਹਾਂ ਕਰੇਗੀ। ਜਸਮੀਤ ਵੀਰ ਜੀ, 100 ਕਰੋੜ ਦੇ ਕਰੀਬ ਹੋਣ ਦੇਣਦਾਰੀ ਹੈ ਤੇ ਕਿਹਾ ਜਾਂਦਾ ਵੇ ਕਿ ਜਦੋਂ ਇਹਨਾਂ ਕੋਲ ਕਮੇਟੀ ਮਿਲੀ ਸੀ ਤਾਂ ਅਰਾਊਂਡ 130 ਕਰੋੜ ਇਹਨਾਂ ਨੂੰ ਮਿਲਿਆ ਸੀਗਾ। 130 ਕਰੋੜ ਹੋਣ ਦੇ ਬਾਵਜੂਦ ਜਦ ਕਮੇਟੀ ਦੀ ਇਲੈਕਸ਼ਨ ਦੀ ਵਾਰੀ ਆ ਰਹੀ ਹੈ ਤਾਂ 100 ਕਰੋੜ ਗਵਾ ਬੈਠੀ ਹੈ। 100 ਕਰੋੜ ਨੂੰ ਜਿਹੜੀ ਕਮੇਟੀ ਇੰਤਜ਼ਾਮ ਕਰਨਾ ਪਏਗਾ
ਤਾਂ ਸਕੂਲ ਚੱਲ ਪਾਣਗੇ। ਅਗਰ ਉਹ 100 ਕਰੋੜ ਨਹੀਂ ਹੋਣਗੇ ਤਾਂ ਤੱਕ ਸਟਾਫ ਦੀ ਤਨਖਾਹ ਨਹੀਂ ਦਿੱਤੀ ਜਾਏਗੀ। ਇਹਦਾ ਇੰਤਜ਼ਾਮ ਕਿਸ ਤਰ੍ਹਾਂ ਕੀਤਾ ਜਾਏਗਾ ਤੇ ਆਉਣ ਵਾਲੀ ਕਮੇਟੀਆਂ ਨੂੰ ਕਿਸ ਤਰ੍ਹਾਂ ਕੋਆਪ ਕਰੇਗੀ ਸਾਰਾ? ਪਹਿਲਾਂ ਮੈਂ ਤੁਹਾਨੂੰ ਦੱਸਦਾ, ਤੁਸੀਂ 100 ਕਰੋੜ ਦੀ ਗੱਲ ਕਰ ਰਹੇ ਹੋ। ਜਿੱਥੇ ਤੱਕ ਸਾਨੂੰ ਖਬਰ ਆ ਰਹੀ ਹੈ, ਸਾਨੂੰ ਪਤਾ ਹੈ, ਮੈਂ ਬਿਲਕੁਲ ਪੱਕੀ ਮੋਹਰ ਨਹੀਂ ਲਾਉਂਦਾ, ਘੱਟੋ ਘੱਟ 200-300 ਕਰੋੜ ਦੀ ਲਾਇਬਿਲਿਟੀਜ਼ ਪਈ ਹੋਈ ਹੈ। ਨਹੀਂ, ਅਸੀਂ ਸਟਾਫ ਦੀ ਗੱਲ ਕਰ ਰਹੇ ਹਾਂ। ਠੀਕ ਹੈ, ਉਸ ਤੋਂ ਬਾਅਦ ਤੁਸੀਂ ਸਟਾਫ ਦੀ 100 ਕਰੋੜ ਦੀ ਗੱਲ ਕਰ ਰਹੇ ਹੋ। 100 ਕਰੋੜ ਤਾਂ ਅਗਰ ਇਹਨੇ ਸਿਰਸਾ ਨੇ ਕਦੀ ਸੋਚਿਆ ਵੀ ਨਹੀਂ ਹੋਣਾ। 80 ਤੋਂ 90 ਲੱਖ ਰੁਪਈਆ ਦੇਸੀ ਘਿਓ ਵਾਲੇ ਦਾ ਬਿੱਲ ਪੈਂਡਿੰਗ ਹੈ। ਜਿਹੜਾ ਗੁਰੂ ਘਰ ਦੇਸੀ ਘਿਓ ਆਉਂਦਾ ਪ੍ਰਸ਼ਾਦ ਵਾਸਤੇ, ਉਹਦਾ 80 ਤੋਂ 90 ਲੱਖ ਰੁਪਇਆ ਬਿੱਲ ਪੈਂਡਿੰਗ ਹੈ। ਉਹ ਚੱਕਰ ਮਾਰ ਪਰੇਸ਼ਾਨ ਹੈ। ਅਸੀਂ ਕਿੱਥੇ ਖੜੇ ਆ? ਸਿਰਸਾ ਸਾਹਿਬ ਬੜੀ ਵੱਡੇ ਧਮਕੀਆਂ ਮਾਰਦੇ ਆ ਜੀ। ਅੱਜ ਨੈਸ਼ਨਲ ਮੀਡੀਆ ਤੇ ਮੇਰੀ ਵਜ੍ਹਾ ਨਾਲ ਸਿੱਖ ਕੌਮ ਦੀ ਵਾਹਵਾਹੀ ਹੋ ਰਹੀ ਹੈ, ਤੇ ਭਾਈ ਤੇਰੀ ਵਜ੍ਹਾ ਨਾਲ ਸਿੱਖ ਕੌਮ ਦੀ ਬਦਨਾਮੀ ਵੀ ਹੋ ਰਹੀ ਹੈ। ਤੂੰ ਕਿਉਂ ਨਹੀਂ ਗੱਲ ਕਰਦਾ ਐਜੂਕੇਸ਼ਨ ਦੀ? ਤੂੰ ਕੀ ਕੀਤਾ ਐਜੂਕੇਸ਼ਨ ਵਾਸਤੇ? ਤੂੰ ਕੀ ਕੀਤਾ ਕੌਮ ਵਾਸਤੇ? ਤੂੰ ਕੀ ਕੀਤਾ ਸਿੱਖ ਆਪਣੇ ਜਿਹੜੇ ਸਿੱਖ ਬੱਚਿਆਂ ਨੂੰ ਅੱਗੇ ਵਧਾਉਣ ਵਾਸਤੇ? ਦੱਸ। ਉਲਟਾ ਤੂੰ ਜਿਹੜਾ ਤੇਰੀ ਗੱਲ ਕਰੇ ਤੇ ਠੀਕ ਹੈ, ਜਿਹੜੀ ਗੱਲ ਨਾ ਕਰੇ ਤੂੰ ਬਾਹਰ ਕਰ ਦਿੰਦਾ, ਤੂੰ ਟ੍ਰਾਂਸਫਰ ਕਰ ਦਿੰਦਾ, ਕਦੀ ਇੱਥੇ ਭੇਜ ਦਿੰਦਾ, ਕਦੀ ਦੂਰ ਦਾ ਟ੍ਰਾਂਸਫਰ ਕਰਦਾ ਤਾਂ ਕਿ ਉਹ ਸਟਾਫ ਪਰੇਸ਼ਾਨ ਹੁੰਦਾ ਰਹੇ। ਮੈਂ ਕਹਿੰਦਾ ਸਿੱਧਾ, ਤੁਸੀਂ ਕਿਹੜੇ ਮੂੰਹ ਤੋਂ ਸਿੱਖ ਸੇਵਾ ਦੀ ਗੱਲ ਕਰਦੇ ਹੋ? ਤੁਸੀਂ ਕਹਿੰਦੇ ਹੋ ਜੀ ਮੈਂ ਬੜੇ ਵੱਡੇ ਕੰਮ ਕਰ ਰਿਹਾ। ਕਿਹੜੇ ਤੁਸੀਂ ਵੱਡੇ ਕੰਮ ਕੀਤੇ? ਬੈਠ ਮੇਰੇ ਸਾਹਮਣੇ, ਤੈਨੂੰ ਮੈਂ ਦੱਸਾਂ। ਪਾਤੂ ਇਹ ਕਹਿੰਦਾ ਜੀ 100 ਮੈਂ 20 ਮਿੰਟ ਬੋਲ ਸਕਦਾ, ਦੂਜਾ ਬੰਦਾ 20 ਮਿੰਟ ਬੋਲ ਨਹੀਂ ਸਕਦਾ। ਮੈਂ ਕਹਿੰਦਾ ਤੂੰ ਸਾਡੇ ਸਾਹਮਣੇ 20 ਮਿੰਟ ਤੱਕ ਕੀ 5 ਮਿੰਟ ਬੈਠਣ ਲਾਇਕ ਵੀ ਨਹੀਂ ਹੈ। ਸਾਡੇ ਸਾਹਮਣੇ ਤੂੰ ਬੈਠਦਾ ਤੇ ਤੈਨੂੰ ਸੱਚਾਈ ਦਿਖਾਈਏ, ਤੈਨੂੰ ਮੈਂ ਸ਼ੀਸ਼ਾ ਦਿਖਾਵਾਂ। ਸਰਨਾ ਸਾਹਿਬ ਦੀ ਬੜੀ ਦੂਰ ਦੀ ਗੱਲ ਹੈ, ਤੂੰ ਉਹਨਾਂ ਸਾਹਮਣੇ ਬੈਠਣ ਲਾਇਕ ਵੀ ਨਹੀਂ ਹੈ। ਤੂੰ ਮੇਰੇ ਸਾਹਮਣੇ ਬੈਠ, ਮੈਂ ਤੈਨੂੰ ਦੱਸਦਾ, ਤੈਨੂੰ ਸ਼ੀਸ਼ਾ ਦਿਖਾਵਾਂ ਕਿ ਤੂੰ ਦਿੱਲੀ ਕਮੇਟੀ ਦੇ ਉੱਤੇ 8 ਸਾਲ ਵਿੱਚ ਕੀਤਾ ਕੀ ਹੈ। ਤੂੰ ਜਨਰਲ ਸਕੱਤਰ ਸੀਗਾ। ਬਤੌਰ ਜਨਰਲ ਸਕੱਤਰ ਜਿਹੜੀ ਮੈਨੇਜਮੈਂਟ ਹੁੰਦੀ ਹੈ ਉਹ ਜਨਰਲ ਸਕੱਤਰ ਦੇ ਕੋਲ ਹੁੰਦੀ ਹੈ। ਉਸ ਚ ਤੂੰ ਕੀ ਸੁੱਤਾ ਪਿਆ ਸੀ? ਜਾਂ ਤੂੰ ਬਿਜੀ ਸੀ ਪੰਜਾਬ ਇਲੈਕਸ਼ਨਾਂ ਦੇ ਵਿੱਚ, ਜਾਂ ਤੂੰ ਬਿਜੀ ਸੀ ਐਮਐਲਏ ਬਣਨ ਦੇ ਵਿੱਚ, ਜਾਂ ਤੂੰ ਬਿਜੀ ਸੀ ਆਪਣੇ ਜਿਹੜੀ ਗੁਰੂ ਘਰ ਦੀ ਗੋਲਕ ਹੈ ਜਿਹੜੀ ਤੂੰ ਮੈਂ ਜਿਹੜੀਆਂ ਤੇ ਐਫਆਈਆਰ ਹੋਈਆਂ। ਹੁਣ ਇਹਨੇ ਕਿਹਾ ਸੀਗਾ ਜਨਰਲ ਹਾਊਸ ਦੇ ਅੰਦਰ ਕਿ ਮੇਰੇ ਤੋਂ ਐਫਆਈਆਰ ਹੋ ਜਾਏਗੀ ਤੇ ਮੇਰਾ ਕਾਲਾ ਮੂੰਹ ਕਰ ਦੇਣਾ, ਮੈਨੂੰ ਬਾਹਰ ਕਰਦਾ। ਦੇ ਅਸਤੀਫਾ ਕਿਉਂ ਨਹੀਂ ਦੇ ਰਿਹਾ? ਤੂੰ ਹੈਗਾ ਸਿੱਖ, ਤੂੰ ਸੱਚਾ ਹੈਗਾ, ਤੇ ਚ ਗੈਰਤ ਬੱਚੀ ਤੇ ਦੇ ਅਸਤੀਫਾ। ਆ ਸਟਾਫ ਆ ਕੇ ਬਹਿ ਜਾਂਦਾ। ਇਹ ਦੂਜੀ ਵਾਰੀ ਸਟਾਫ ਆਇਆ ਨਾ ਕਾਬਲ ਗੁਰਦੁਆਰੇ ਦੇ ਬਾਹਰ, ਉੱਥੇ ਹਰ ਧਰਮ ਦੇ ਲੋਕ ਮੱਥਾ ਟੇਕਣ ਆਉਂਦੇ ਆ। ਜਿਹੜਾ ਸ਼ਹੀਦੀ ਸਥਾਨ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ, ਹਰ ਧਰਮ ਦੇ ਲੋਕ ਉੱਥੇ। ਠੀਕ ਹੈ, ਉੱਥੇ ਨੈਸ਼ਨਲ ਮੀਡੀਆ ਨਹੀਂ ਸੀਗਾ, ਹੋਰ ਲੋਕ ਤਾਂ ਆ ਰਹੇ ਸੀਗੇ, ਦੂਜੇ ਲੋਕ ਧਰਮ ਦੇ ਲੋਕ ਵੀ ਆ ਰਹੇ ਸੀਗੇ, ਹਿੰਦੂ ਮੁਸਲਮਾਨ ਸਾਰੇ ਉੱਥੇ ਮੱਥਾ ਟੇਕਣ ਆਉਂਦੇ ਆ, ਸਾਰੇ ਨਤਮਸਤਕ ਹੋ ਕੇ ਆਉਂਦੇ ਆ। ਉਹ ਕੀ ਸੋਚ ਰਹੇ ਹੋਣਗੇ? ਤੂੰ ਕਿਹੜੇ ਸੁਪਨਿਆਂ 'ਚ, ਮੈਂ ਕਹਿੰਦਾ ਕਿਹੜੇ ਖਾਬਾਂ 'ਚ ਤੂੰ ਇਹ ਰਾਤੀ ਦਾ ਸੌਂਦਾ ਆਏਗਾ ਨਾ, ਸੋਚਦਾ ਸਵੇਰੇ ਉੱਠ ਕੇ ਮੈਂ ਝੂਠ ਕਿਹੜਾ ਬੋਲਦਾ। ਤੂੰ ਭਾਈ ਕਿਹੜੇ ਖਾਬਾਂ 'ਚ ਹੈ? ਸੱਚਾਈ ਤੇ ਆ, ਗਰਾਊਂਡ ਤੇ ਆ। ਸਟਾਫ ਨੂੰ ਦੇਖ, ਸਟਾਫ ਮਰ ਰਿਹਾ। ਇੱਕ ਹੁੰਦਾ ਸਟਾਫ ਭੁੱਖਾ ਮਰ ਰਿਹਾ, ਸਟਾਫ ਤੇ ਜਾਨ ਤੋਂ ਮਰ ਰਿਹਾ। ਇਲਾਜ ਕਰਾਉਣ ਵਾਸਤੇ ਪੈਸੇ ਨਹੀਂ ਹੈਗੇ ਸਟਾਫ ਕੋਲ, ਕਿਸੇ ਕੋਲ ਆਪਣੀ ਕਿਸ਼ਤ ਭਰਨ ਵਾਸਤੇ ਪੈਸੇ ਨਹੀਂ ਹੈਗੇ, ਕਿਸੇ ਕੋਲ ਉਹਦੇ ਘਰ ਬਜ਼ੁਰਗ ਹੈਗੇ ਆ, ਕੋਈ ਵਿਡੋ ਲੇਡੀ ਹੈਗੀ ਆ। ਤੂੰ ਭਾਈ ਕਿੱਥੇ ਖੜਾ ਹੈ? ਰਾਈਟ, ਤੂੰ ਗੱਲ ਕਰਨਾ, ਤੂੰ ਗੱਲ ਕਰਨਾ ਸੰਗਤ ਦੀ। ਤੂੰ ਦਿੱਲੀ ਕਮੇਟੀ ਦੇ 46 ਹਲਕੇ ਹੈਗੇ, 46 ਹਲਕੇ 46 ਬੰਦੇ ਲਾ ਕੇ ਦਿਖਾ ਦੇ ਕਿ ਉਹ ਕਹਦੇ ਕਿ ਸਿਰਸਾ ਸਹੀ ਹੈ। ਰਾਈਟ, ਬਿਲਕੁਲ ਠੀਕ ਹੈ। ਉਮੀਦ ਹੈ ਕਿ ਜਿਹੜੇ ਸਾਡੇ ਦਰਸ਼ਕ ਨੇ ਉਹ ਇਸ ਗੱਲ ਨੂੰ ਜ਼ਰੂਰ ਸੁਣਨਗੇ ਔਰ ਵੋਟ ਦੇਣ ਤੋਂ ਪਹਿਲਾਂ ਇਹਨਾਂ ਗੱਲਾਂ ਦਾ ਜ਼ਰੂਰ ਖਿਆਲ ਰੱਖਣਗੇ। ਮੈਂ ਤੁਹਾਡੇ ਚੈਨਲ ਤੋਂ ਇੱਕ ਬੇਨਤੀ ਵੀ ਕਰਨਾ ਚਾਹਾਂਗਾ ਕਿ ਤੁਹਾਡੇ ਘਰ ਜ਼ਰੂਰ ਆਣ ਕੇ ਵੋਟ ਮੰਗਣ। ਚੋਰੀ ਚਕਾਰੀ ਦੀ ਗੱਲ ਛੱਡ ਦਿਓ, ਜੋ ਹੋ ਗਿਆ ਉਹਦੇ ਐਫਆਈਆਰ ਹੋ ਗਈਆਂ। ਗੁਰੂ ਮਹਾਰਾਜ ਆਪ ਇਹਨਾਂ ਨੂੰ ਤਿਹਾੜ ਦੇ ਵਿੱਚ ਪਾਏਗਾ ਔਰ ਜਿਵੇਂ ਮੈਂ ਉੱਥੋਂ ਲਾਈਵ ਕਰਾਂਗਾ ਜਸਟਿਸ ਦਾ ਤਿਹਾੜ ਦੇ ਅੰਦਰ ਜਾਏਗਾ। ਇਹ ਤੁਹਾਡੇ ਘਰ ਆਣ ਮੈਂਬਰ ਬਾਦਲ ਦਲ ਦੇ ਸਭ ਤੋਂ ਪਹਿਲੇ ਸਵਾਲ ਕਰਨਾ, ਬਈ ਜਦ ਬਰਗਾੜੀ ਹੋਈ ਸੀ ਤਾਂ ਤੁਸੀਂ ਕਿਉਂ ਚੁੱਪ ਸੀ? ਇਹ ਸਵਾਲ ਸੰਗਤ ਜ਼ਰੂਰ ਕਰੇ। ਦੂਜਾ, ਵੋਟ ਦੇਣ ਤੋਂ ਪਹਿਲੇ ਜਿਹੜਾ ਸਟਾਫ ਰੋ ਰਿਹਾ ਹੈ, ਜਿਹੜਾ ਸਟਾਫ ਮਰ ਰਿਹਾ ਆਪਣੇ ਹੱਕਾਂ ਵਾਸਤੇ, ਵੋਟ ਦੇਣ ਤੋਂ ਪਹਿਲੇ ਉਸ ਸਟਾਫ ਦੇ ਬਾਰੇ ਸੋਚੇ। ਉਹ ਵੀ ਸਾਡੇ ਪਰਿਵਾਰ ਦੇ ਵਿੱਚੋਂ ਹੈ, ਉਹ ਵੀ ਸਾਡਾ ਪਰਿਵਾਰ ਹੈ, ਸਾਡੇ ਗੁਰੂ ਹੈ, ਅਸੀਂ ਉਹਨਾਂ ਕੋਲੋਂ ਸਿੱਖਿਆ ਜੀ। ਸੋ ਜਿਸ ਤਰ੍ਹਾਂ ਜਸਮੀਤ ਵੀਰ ਨੇ ਵੀ ਖੈਰ ਆਪਣੀ ਪਾਰਟੀ ਵੱਲੋਂ ਅਪੀਲ ਕੀਤੀ ਹੈ ਤੇ ਅਸੀਂ ਉਹਨਾਂ ਦਾ ਮਾਣ ਰੱਖਦੇ ਹਾਂ, ਲੇਕਿਨ ਅਸੀਂ ਆਪਣੇ ਜਿਹੜੇ ਦਰਸ਼ਕ ਨੇ ਅਸੀਂ ਉਹਨਾਂ ਨੂੰ ਜ਼ਰੂਰ ਅਸੀਂ ਕਹਿਣਾ ਚਾਹਾਂਗੇ ਕਿ ਕੋਈ ਵੀ ਤੁਹਾਡੇ ਦਰ ਤੇ ਵੋਟ ਮੰਗਣ ਆਵੇ, ਕਿਉਂਕਿ ਹੁਣ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਵੇ ਕਿ ਜਿਹੜਾ ਸੇਵਾ ਦਾ ਸੀ ਜਿਹੜਾ ਕੰਮ ਹੈ ਉਹ ਵੀ ਸਾਰਾ ਉਹਨੂੰ ਰਾਜਨੀਤੀਕਰਨ ਉਹਦਾ ਹੋ ਗਿਆ ਵੇ। ਤੇ ਜਦੋਂ ਵੀ ਤੁਹਾਡੇ ਕੋਲ ਵੋਟ ਮੰਗਣ ਆਣਗੇ, ਪਲੀਜ਼ ਇਹਨਾਂ ਸਵਾਲਾਂ ਨੂੰ ਜ਼ਰੂਰ ਉਹਨਾਂ ਨੂੰ ਪੁੱਛਿਆ ਜਾਵੇ, ਕਿਉਂ ਸਾਡੇ ਸਟਾਫ ਦੀ ਤਨਖਾਹ ਨਹੀਂ ਦਿੱਤੀ ਗਈ, ਕਿਉਂ ਸਾਡਾ ਜਿਹੜਾ ਸਟਾਫ ਹੈ ਉਹਨਾਂ ਦੀ ਤਨਖਾਹ ਨਾ ਦੇਣ ਕਰਕੇ ਉਹਨਾਂ ਨੂੰ ਆਪਣੀ ਜਾਨ ਤੋਂ ਹੱਥ ਦੇਣਾ ਪੈ ਗਿਆ, ਕਿਉਂ ਸਾਡੇ ਸਟਾਫ ਦੇ ਜਿਹੜੇ ਬੱਚੇ ਨੇ ਉਹਨਾਂ ਦੀਆਂ ਜਿਹੜੀ ਫੀਸਾਂ ਜਿਹੜੇ ਨੇ ਨਹੀਂ ਦਿੱਤੀਆਂ ਜਾ ਰਹੀਆਂ, ਕਿਉਂ ਸਾਡਾ ਜਿਹੜਾ ਸਟਾਫ ਹੈ, ਜਿਹੜਾ ਸਾਡਾ ਆਪਣਾ ਸਕੂਲਾਂ ਦਾ ਸਟਾਫ ਹੈ, ਜਿਹੜਾ ਆਪਣੇ ਸਾਡੇ ਸਕੂਲ ਦਾ ਜਿਹੜਾ ਪੱਧਰ ਹੈ ਉਹ ਥੱਲੇ ਹੀ ਡਿੱਗਦਾ ਜਾ ਰਿਹਾ ਵੇ, ਉੱਪਰ ਨਹੀਂ ਉੱਠ ਰਿਹਾ। ਇਹਨਾਂ ਸਵਾਲਾਂ ਦੇ ਅਸੀਂ ਜਵਾਬ ਜ਼ਰੂਰ ਮੰਗਣੇ ਨੇ, ਨਾ ਕਿ ਅਸੀਂ ਇਹ ਪੁੱਛੀਏ ਕਿ ਕਿੱਥੇ ਕਿੱਥੇ ਲੰਗਰ ਲੱਗਿਆ। ਲੰਗਰ ਸਾਡੇ ਸਿੱਖਾਂ ਦੇ ਜਿਹੜੇ ਹੈਗੇ ਨੇ ਉਹ ਚੱਲਦੇ ਰਹਿੰਦੇ ਨੇ, ਜਿੱਥੇ ਵੀ ਲੋੜ ਹੁੰਦੀ ਹੈ ਉੱਥੇ ਲੰਗਰ ਆਪਣੇ ਆਪ ਪਹੁੰਚ ਜਾਂਦਾ ਵੇ। ਲੇਕਿਨ ਸਕੂਲ ਜਿਹੜਾ ਹੈਗਾ ਵੇ, ਐਜੂਕੇਸ਼ਨ ਜਿਹੜੀ ਹੈਗੀ, ਹਸਪਤਾਲ ਜਿਹੜੇ ਹੈਗੇ ਨੇ, ਉਹ ਇੰਸਟੀਚਿਊਟ ਸਾਨੂੰ ਆਪ ਬਣਾਉਣੇ ਪੈਣੇ ਨੇ, ਪਰ ਆਪਣੇ ਹੀ ਸਮਾਜ ਦੇ ਵਿੱਚੋਂ ਸਾਨੂੰ ਉਹਨਾਂ ਬੰਦਿਆਂ ਨੂੰ ਅਸੀਂ ਕੱਢਣਾ ਪੈਣਾ ਵੇ ਜਿਹੜੇ ਇਹ ਇੰਸਟੀਚਿਊਟ ਨੂੰ ਚਲਾ ਸਕਣ।
ਤੇ ਇਸ ਦੇ ਵਿੱਚ ਜਿਹੜੀ ਕਮੇਟੀ ਹੈ ਉਹ ਬਿਲਕੁਲ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਇਹ ਸਵਾਲ ਅਸੀਂ ਆਪਣੇ ਜਿਹੜੇ ਸਾਡੇ ਕੋਲ ਵੋਟ ਮੰਗਣਾ ਉਹਨਾਂ ਕੋਲ ਅਸੀਂ ਜ਼ਰੂਰ ਪੁੱਛਣੇ ਨੇ। ਮੈਂ ਆਏ ਮਹਿਮਾਨਾਂ ਦਾ ਧੰਨਵਾਦ ਕਰਦਾ ਹਾਂ ਔਰ ਉਮੀਦ ਕਰਦਾ ਹਾਂ ਕਿ ਜਲਦੀ ਇਸ ਮਸਲੇ ਨੂੰ ਸੋਲਵ ਕੀਤਾ ਜਾਏਗਾ ਔਰ ਇੱਕ ਉਮੀਦ ਦੀ ਕਿਰਨ ਜਲਦੀ ਹੀ ਸਾਨੂੰ ਦੇਖਣ ਨੂੰ ਮਿਲੇਗੀ। ਸਾਰਿਆਂ ਦਾ ਧੰਨਵਾਦ। ਸਤਿ ਸ਼੍ਰੀ ਅਕਾਲ।